जी डंडौत बंदन अनक बार, सर्ब कला समरथ डोलन ते राखो हो प्रभु। नानक दे कर हथ तेरे गुण बहुते मैं एक ना जानिया। मैं मूरख किछ दीजै प्रणवत नानक सुन मेरे साहिबा। डुबदा पत्थर लीजै मैं मूरख की केतक बात है। कोट पराधी तरिया रे गुरु नानक जिन सुनिया पेखिया। से फिर गर्भास न परिया रे। सतनाम वाहिगुरु साहिब जीओ। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। सोरठ महला पहला घर पहला चौपदी सबना मरना आया। विछोड़ा सबना पुछो जाए सियाणिया आगे मिलन के ना। श्री गुरु ग्रंथ साहब महाराज जी की पावन हजूरी अंदर जुड़ बैठे परम सन्मानयोग सत्संगी जनों, आओ जी सहज पाठ विच जुड़िए, विचारां विच मन नूं जोड़न की कोशिश करिए। इन्हां विचारां विचों सतगुरु जी की शब्द की विचार विचों, शब्द के भाव विचों इस सुक्के मन नूं तृप्त करिए। तृष्णा दुख नूं सतगुरु जी के शब्द की भोजन रूपी बिरती नाल दूर करके रज जाइए। आओ जी असीस बख्शो। जिन्हें गुरु दरबार च मौजूद हो विचार आरंभण तो पहला गुरु बख्शी फतेह सांझी करो। आखो जी वाहिगुरु जी का खालसा वाहिगुरु जी की फतेह। गुरु ग्रंथ साहब जी का यह 9वां राग है जी। सिरी राग, माज, गौड़ी, उस तो बाद गुजरी, फिर आसा, फिर आपां देव गंधारी, बेहागड़ा, वडहंस ते सतगुरु जी की कृपा नाल हुण सोरठ के सफ़र ते आपां पहुंचे हैं। साहिब जी की बड़ी बख्शिश हुई आप संगतां नूं सोरठ राग की आरंभता दियां मुबारकां। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। वाहिगुरु एक इक्को ही है जी। ते ओंकार कार उहदी इस सृष्टि उहदे विचों ही बनी है। आप ही ने रचियो नाओ, उहदा नाम सत है। वो वाहिगुरु जी आप ही करता ने। इस जग में पुरख एक है होर सगली नाल सबाई। वो पुरख ने निरभਉ निर्वैर वाली अवस्था सिर्फ अकाल दी ही है और उन्हां दी मूरत जिहड़ी है काल दी नहीं है। वो सारियां दे विच हो के भी निर्लेप ने और किसी माँ ते पिता तो जमे नहीं होए। अजूनी अपने आप तो सैभंग ने ते जे उन्हां दी प्राप्ति करनी है तो फिर गुर प्रसाद राही होनी है। सोरठ महला पहला राग की आरंभता है। धन गुरु नानक साहब महाराज जी के 19 रागां विचों ये सोरठ राग भी महाराज जी की बाणी का है। घर पहला चौपदे, चौपदियां दे शब्द ने जी। असी पढ़ते आ रहे हैं मरण लिखाए मंडल में आए, पिछे पढ़ के आया जी। बहुत ये सब तो भिजी बाणी असी अलाणियां दी पढ़ी है।
ਕਿ ਨਾਨਕ ਰੁਨਾ ਬਾਬਾ ਜਾਣੀਆਂ ਜੇ ਰੋਵੈ ਲਾਏ ਪਿਆਰ। ਉਹਦਾ ਹੀ ਵਿਰਾਗ ਪ੍ਰਵਾਨ ਹੈ ਜੇ ਪ੍ਰਭੂ ਦੇ ਸ਼ਬਦ ਵਿੱਚ ਹੋਏ। ਉਸ ਤੋਂ ਬਿਨਾਂ ਮੌਤ ਦੇ ਡਰ ਦਾ ਕੀ ਰੋਣਾ, ਕਿਉਂਕਿ ਇਹ ਤੇ ਸਭ ਨੂੰ ਲੱਗਿਆ। ਸਾਹਿਬ ਜੀ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਆਹ ਦੂਤ, ਆਹ ਵਾਲਾ ਦੁੱਖ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਪਰ ਰੋਗ ਇੱਕ ਨਹੀਂ ਹੈ। ਰੋਗ 5 ਤਰ੍ਹਾਂ ਦੇ ਰੋਗਾਂ ਦਾ ਤੇ ਮੋਟਾ ਜ਼ਿਕਰ ਹੈ। ਪਹਿਲਾ ਰੋਗ ਦੀਰਘ ਰੋਗ ਹਉਮੈ, ਦੂਸਰਾ ਰੋਗ ਚਿੰਤਾ, ਤੀਸਰਾ ਰੋਗ ਕ੍ਰੋਧ, ਗੁੱਸੇ ਦਾ ਜ਼ਿਕਰ ਕੀਤਾ ਹੈ ਜੀ, ਗੁੱਸਾ ਮਨ ਨਾ ਹੰਡਾਏ, ਇਹ ਵੀ ਰੋਗ ਹੈ, ਦੇਹੀ ਰੋਗ। ਚੌਥਾ ਰੋਗ ਕੀਤਾ ਹੈ ਜੀ ਤ੍ਰਿਸ਼ਨਾ ਦਾ, ਸਭ ਤੋਂ ਵੱਡਾ ਦੁੱਖ ਹੈ। ਤੇ ਪੰਜਵਾਂ ਹੈ ਮੌਤ ਦਾ, ਜਮਾ ਦਾ। ਸਾਹਿਬ ਜੀ ਕਹਿੰਦੇ ਸਭਨਾ ਮਰਨਾ ਆਇਆ ਵੇ ਛੋੜਾ ਸਭਨਾ। ਅੱਜ ਦੇ ਜਿੰਨੇ ਅੱਜ ਸ਼ਬਦ ਪੜ੍ਹਨੇ ਆ ਨਾ, ਸੋਰਠ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦੇ, ਉਹ ਸਾਹਿਬ ਜੀ ਤਾਕੀਦ ਕਰ ਰਹੇ ਨੇ, ਇਸ ਗੱਲ ਨੂੰ ਪੱਲੇ ਬੰਨ੍ਹ ਲਿਓ। ਕੱਲੇ ਰਿਸ਼ਤੇਦਾਰਾਂ, ਸਾਕ ਸੰਬੰਧੀ, ਪੁੱਤਰ ਧੀਆਂ, ਭੈਣਾਂ ਭਰਾਵਾਂ, ਇਹਨਾਂ ਦਾ ਜੇ ਕੱਲਾ ਸੰਬੰਧ ਰੱਖਾਂਗੇ, ਇਹਨਾਂ ਦਾ ਮੋਹ ਜਾਂ ਇਹਨਾਂ ਦਾ ਆਸਰਾ ਲਵਾਂਗੇ, ਬਹੁਤ ਦੁੱਖ ਸਹਾਂਗੇ। ਪਰ ਇਹਨਾਂ ਦੇ ਸਹਾਰੇ ਵਿੱਚ ਜੇ ਪ੍ਰਭੂ ਦੀ ਟੇਕ ਹੋਏਗੀ ਨਾ, ਇਹਨਾਂ ਰਿਸ਼ਤਿਆਂ ਦੇ ਵਿੱਚ, ਇਹਨਾਂ ਪਿਆਰ ਦੇ ਵਿੱਚ ਪ੍ਰਭੂ ਦੇ ਸ਼ਬਦ ਦੀ ਗੰਢ ਹੋਏਗੀ, ਫਿਰ ਸੁੱਖ ਹੈ। ਸਾਰਿਆਂ ਨੇ ਵਿਛੜਨਾ ਹੈ। ਪੁੱਛੋ ਜਾਏ ਸਿਆਣਿਆਂ ਆਗੈ ਮਿਲਣ ਕਿ ਨਾ। ਇਹ ਵੈਸੇ 2 ਵਾਰੀ ਜ਼ਿਕਰ ਆਇਆ ਪੁੱਛਣ ਦਾ। ਇੱਕ ਜ਼ਿਕਰ ਪਹਿਲਾਂ ਪੜ੍ਹ ਚੁੱਕੇ ਹਾਂ, ਬਾਬਾ ਗੁਰਬਿਨ ਗਿਆਨ ਨਾ ਹੋਏ, ਕਿਹਨੂੰ ਕਿਹਨੂੰ ਕਿਹਾ? ਪੁੱਛੋ ਬਰਮੈ ਨਾਰਦੇ ਵੇਦ ਵਿਆਸੈ ਕੋਈ। ਭਾਈ ਗੁਰਬਿਨ ਗਿਆਨ ਨਾ ਹੋਏ, ਇਹ ਵੀ ਪੁੱਛਣ ਦੀ ਤਾਕੀਦ ਕੀਤੀ ਹੈ ਕਿ ਗੁਰੂ ਤੋਂ ਬਿਨਾਂ ਪੱਲਾ ਨਹੀਂ ਕਿਸੇ ਨੇ ਫੜਨਾ, ਕਿਸੇ ਨੇ ਪਾਰ ਨਹੀਂ। ਭਾਵੇਂ ਤੁਸੀਂ ਨਾਰਦ ਨੂੰ ਪੁੱਛੋ, ਭਾਵੇਂ ਵਿਆਸ ਨੂੰ ਪੁੱਛ ਲਓ। ਇੱਥੇ ਵੀ ਪਾਤਸ਼ਾਹ ਜੀ ਕਹਿੰਦੇ ਕਿ ਸਾਰਿਆਂ ਨੇ ਮਰਨਾ ਤੇ ਪੁੱਛੋ ਜਾਏ ਸਿਆਣਾ ਆਗਿਆ ਮਿਲਣ ਕਿ ਨਾ। ਜੇ ਗੁਰੂ ਦੀ ਗੱਲ ਤੇ ਯਕੀਨ ਨਹੀਂ ਨਾ, ਤੇ ਫਿਰ ਹੋਰ ਜਿਹੜੇ ਸਿਆਣੇ ਨੇ ਉਹਨਾਂ ਨੂੰ ਪੁੱਛ ਲਓ ਕਿ ਅੱਗੇ ਕਿਹਨਾਂ ਨੇ ਮਿਲਣਾ, ਕਿਹਨਾਂ ਨੂੰ ਸੁੱਖ ਮਿਲਣਾ ਤੇ ਕਿਹਨਾਂ ਨੂੰ ਦੁੱਖ ਮਿਲਣਾ ਹੈ ਜੀ। ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ। ਦੁੱਖ ਵਿਛੋੜਾ, ਵੇਦਨ, ਵੇਦਨ ਕਹਿੰਦੇ ਦੁੱਖ, ਵੱਡੜੀ ਵੇਦਨ, ਵਿਛੋੜੇ ਵਾਲੀ ਵੇਦਨ ਵਾਲੀ, ਦੁੱਖ ਵਾਲੀ ਬਿਰਤੀ। ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਵਿਸਰ ਗਿਆ, ਉਸ ਤੋਂ ਵੱਡਾ ਰੋਗ ਨਹੀਂ ਹੈ ਜੀ। ਭੀ ਸਾਲਾਹ ਹੋ ਸਾਚਾ ਸੋਏ, ਜਾ ਕੀ ਨਦਰ ਸਦਾ ਸੁਖ ਹੋਏ ਰਹਾਉ। ਭੀ ਦਾ ਮਤਲਬ ਹੈ ਇਹ ਵੀ ਕੰਮ ਕਰ ਲਿਓ। ਜਿੱਥੇ ਅਸੀਂ ਸਭ ਕੁਝ ਕੀਤਾ ਨਾ, ਖਾਣਾ ਪੀਣਾ ਹੱਸਣਾ ਸੋਹਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਣੀ ਤ੍ਰਿਗ ਜੀਵਨ ਨਹੀਂ ਰਹਿਣਾ। ਭੀ ਦਾ ਮਤਲਬ ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਕਰ ਰਹੇ ਹੋ, ਮੁਬਾਰਕ ਹੈ। ਇੱਕ ਕੰਮ ਹੋਰ ਕਰ ਰਹੇ ਹੋ, ਉਹ 4 ਚੰਦ ਲਾ ਦੇਗਾ ਕੰਮਾਂ ਨੂੰ। ਭੀ ਸਾਲਾਹੇ ਹੋ ਸਾਚਾ ਸੋਏ। ਪ੍ਰਭੂ ਨੂੰ ਸਿਫਤ ਸਲਾਹ ਦੇ ਵਿੱਚ ਚੇਤੇ ਕਰ ਲਿਓ, ਪ੍ਰਭੂ ਨੂੰ ਯਾਦ ਕਰ ਲਿਓ। ਤੇ ਜਿਨ੍ਹਾਂ ਨਾਲ ਰਿਸ਼ਤੇਦਾਰੀ ਲਾਈ ਹੈ ਨਾ, ਜਿਹੜੇ ਸਾਕ ਸੰਬੰਧੀ ਸਕੇ ਨੇ ਸਾਡੇ, ਜੇ ਉਹਨਾਂ ਨਾਲ ਪਿਆਰ ਜ਼ਿਆਦਾ ਪੈਣਾ ਹੈ ਨਾ, ਤੇ ਫਿਰ ਉਹਨਾਂ ਨੂੰ ਆਪਣੀ ਦੁਆ ਦੇ ਵਿੱਚ ਯਾਦ ਕਰ ਲਿਓ। ਕਹਿੰਦੇ ਫਿਰ ਦੇਖੋ ਦੂਣੀ ਚੂਣੀ ਪਿਆਰ ਤੇ ਇਹ ਬਾਹਰ ਇਸ਼ਕ ਮਿਜਾਜੀ ਵਾਲੀ ਬਿਰਤੀ ਬਣਦੀ ਹੈ। ਉਹਨਾਂ ਨੂੰ ਦੁਆ 'ਚ, ਦੁਆ ਖੁਦਾ ਵੱਲ, ਵਾਹਿਗੁਰੂ ਵੱਲ ਹੋਏ ਤੇ ਯਾਦ ਪਿਆਰੇ ਵੀ ਹੋਣ। ਤੇ ਇਹ ਵਾਲੀ ਵੀ ਤੇ ਅਰਦਾਸ, ਜਿਨ੍ਹਾਂ ਪਿਆਰਿਆਂ ਨੂੰ ਮੇਲ ਕੇ ਵਾਹਿਗੁਰੂ ਜੀ ਤੁਹਾਡਾ ਹੀ ਚੇਤਾ ਆਏ ਤੇ ਉਹਨਾਂ ਦਾ ਹੀ ਮਿਲਾਪ ਕਰਾਏ। ਸਾਹਿਬ ਜੀ ਕਹਿੰਦੇ ਜਾ ਕੀ ਨਦਰ ਸਦਾ ਸੁਖ ਹੋਏ ਰਹਾਓ। ਉਹਦੀ ਨਦਰ ਜੇ ਹੋ ਜੇ, ਉਹਦੀ ਨਦਰ ਦੇ ਵਿੱਚ ਹੀ ਸੁੱਖ ਨੇ, ਸਾਰੇ ਸੁੱਖ ਨੇ ਜੀ। ਰਹਾਓ ਵੱਡਾ ਕਰ ਸਾਲਾਹਣਾ ਹੈ ਪੀਸ ਹੋਸੀ ਸੋਏ। ਸਭਨਾ ਦਾਤਾ ਏਕ ਤੂੰ, ਮਾਨਸ ਦਾਤ ਨਾ ਹੋਏ। ਜੋ ਤਿਸ ਭਾਵੈ ਸੋ ਥੀਐ, ਰੰਨ ਕੇ ਰੁੰਨੈ ਹੋਏ। ਵੱਡਾ ਕਰ ਸਾਲਾਹਣਾ, ਪ੍ਰਭੂ ਨੂੰ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਉਹਨੂੰ ਵੱਡਾ ਕਰਕੇ ਵਡਿਆਈ ਵੱਡਾ ਪਾਇਆ। ਉਹਨੂੰ ਜੇ ਵੱਡਾ ਆਖਾਂਗੇ, ਸਿਫਤ ਸਲਾਹ ਕਰਾਂਗੇ, ਤਾਂ ਅਹਿਸਾਸ ਹੋਏਗਾ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਹੈ ਭੀ ਹੋਸੀ ਸੋਏ ਲਹਿੰਦੀ ਬੋਲੀ ਹੈ ਜੀ। ਉਹੀ ਹੋਣ ਵਾਲਾ ਹੈ, ਉਹ ਪ੍ਰਭੂ ਹੀ ਰਹਿਣ ਵਾਲਾ ਹੈ। ਸਭਨਾ ਦਾਤਾ ਏਕ ਤੂੰ, ਮਾਨਸ ਦਾਤ ਨਾ ਹੋਏ। ਕੋਈ ਮਨੁੱਖ ਇੱਥੇ ਦਾਤਾ ਨਹੀਂ ਬਣ ਸਕਦਾ, ਦਾਤ ਦੇਣ ਵਾਲਾ ਇੱਕ ਪ੍ਰਭੂ ਹੈ। ਤੇ ਇੱਥੇ ਕੋਈ ਵੀ ਮਾਨਸ ਦਾਤਾ ਨਹੀਂ ਬਣ ਸਕਦਾ। ਦਾਤ ਤੋਂ ਭਾਵ ਤੱਤੇ ਨੂੰ ਸਿਹਾਰੀ ਹੈ ਕਿ ਮਾਨਸ ਦਾਤ ਨਾ ਹੋਏ, ਮਨੁੱਖ ਕੋਲ ਕੋਈ ਵੀ ਦਾਤ ਨਹੀਂ ਹੈ ਦੇਣ ਵਾਲੀ। ਪ੍ਰਭੂ ਦੇਣ ਦਿੰਦਾ ਹੈ। ਜੋ ਤਿਸ ਭਾਵੈ ਸੋ ਥੀਐ,
ਰਨ ਕੇ ਰੁੰਨੈ ਹੋਏ। ਕਿ ਇੱਥੇ ਪੜ੍ਹਨਾ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਜੋ ਪ੍ਰਭੂ ਨੂੰ ਪਾਉਂਦਾ ਉਹੀ ਹੁੰਦਾ ਹੈ। ਭਾਵੇਂ ਇਸਤਰੀਆਂ ਵਾਂਗ ਵਿਰਲਾਪ ਕਰ ਕਰਕੇ ਵੀ ਵੇਖ ਲਓ, ਔਰਤਾਂ ਵਾਂਗ। ਇਹਨੂੰ ਹੀ ਕਿਹਾ, ਨਾਨਕ ਬਾਬਾ ਰੁੰਨਾ ਜਾਨੀਐ ਜੇ ਰੋਵੈ ਲਾਏ ਪਿਆਰ। ਗੁਰੂ ਦੇ ਪਿਆਰ 'ਚ ਹੀ ਰੋਣਾ ਵਿਰਾਗ ਪ੍ਰਵਾਨ ਹੈ। ਬਾਕੀ ਪ੍ਰਭੂ ਨੇ ਜੋ ਕਰਤਾ ਉਹੀ ਹੋਣਾ ਹੈ, ਹੋਰ ਰੋਣ ਦਾ ਕੋਈ ਫਾਇਦਾ ਨਹੀਂ ਜੀ। ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ, ਜੋ ਅਸਮਾਨ ਨਾ ਮਾਵਨੀ ਤਿਨ ਨਕ ਨੱਥਾਂ ਪਾਏ। ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ। ਤਿੰਨ ਤਿੰਨ ਤੁਕਾਂ ਦੇ ਚੌਪਦੇ ਨੇ ਜੀ। ਧਰਤੀ ਉੱਪਰ ਕੋਟਗੜ੍ਹ, ਜਿਨ੍ਹਾਂ ਨੇ ਪੱਕੇ ਕਿਲੇ ਵੀ ਬਣਾਏ ਨਾ ਇੱਥੇ, ਮੋਟੇ ਮੋਟੀ ਇੱਟਾਂ ਦੇ, ਵੱਡੀਆਂ ਵੱਡੀਆਂ ਕੋਟਗੜ੍ਹ। ਤੇ ਫਿਰ ਉਹਨਾਂ ਕਿਲਿਆਂ ਦੇ ਵਿੱਚ ਕੀਤੀ ਗਏ ਵਜਾਏ, ਆਪਣੀ ਤੂਤੀਆਂ ਵੀ ਵਜਾਈਆਂ, ਢੋਲ ਵੀ ਵਜਾਏ, ਪਰ ਮਰਨ ਵਿਸਰ ਗਏ। ਸਤਿਗੁਰੂ ਜੀ ਕਹਿੰਦੇ ਉਹ ਤੇ ਕੀਟੀ ਕੀਟੀ ਵੱਡੇ ਵੱਡੇ ਕਮਰਿਆਂ ਦੇ ਵਿੱਚ, ਕਿਲਿਆਂ ਦੇ ਵਿੱਚ ਵੀ ਜੇ ਰੱਬ ਨੇ ਜਾਨ ਕੱਢਣੀ ਹੈ ਨਾ, ਤੇ ਕੀੜੀ ਤੋਂ ਵੀ ਕੱਢ ਸਕਦਾ ਹੈ ਪ੍ਰਭੂ। ਕਹਿੰਦੇ ਉਹ ਪ੍ਰਭੂ ਇੰਨਾ ਧਾਨਕ ਹੈ, ਇੰਨਾ ਤਾਕਤਵਰ ਹੈ। ਜਿਨ੍ਹਾਂ ਨੇ ਕਿਲੇ ਬਣਾਏ, ਆਪਣੇ ਢੋਲ ਵਜਾਏ, ਸੋ ਅਸਮਾਨ ਨਾ ਮਾਵਨੀ ਤਿੰਨ ਨਕ ਨੱਥਾਂ ਪਾਏ। ਨੱਥਾ ਪਾਏ ਭਾਵ ਕਿ ਜਿਹੜੇ ਅਸਮਾਨ ਨਾ ਮਾਵਨੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਫੁੱਲੇ ਨਹੀਂ ਸਮਾਉਂਦੇ ਸੀ, ਸਮਝਦੇ ਨਹੀਂ ਸੀ ਕੁਛ ਸਮਾਨ ਨੂੰ ਵੀ। ਕਹਿੰਦੇ ਲੈ ਇਹ ਵੀ ਸਾਡਾ, ਇਹ ਵੀ ਸਾਡਾ। ਕਹਿੰਦੇ ਰੱਬ ਨੇ ਉਹਨਾਂ ਨੂੰ ਵੀ ਨੱਥ ਪਾਤੀ, ਉਹਨਾਂ ਨੂੰ ਵੀ ਕਾਬੂ ਕਰ ਲਿਆ। ਜੇ ਮਨ ਜਾਣ ਹੈ ਸੂਲੀਆਂ ਕਾਹੇ ਮਿੱਠਾ ਖਾਹੇ। ਹੁਣ ਦੇਖੋ, ਜੇ 100 ਵਰਿਆਂ ਮਿੱਠਾ ਖਾਜੈ ਭੀ ਫਿਰ ਕੋੜਾ ਖਾਏ। ਹੁਣ ਇਹਨੂੰ ਅੱਜ ਦੇ ਸਮੇਂ 'ਚ ਜਿਹੜੇ ਮਾਈਕਰੋਬਾਇਓਲੋਜਿਸਟ ਨੇ, ਜਿਹੜੇ ਗੁਰਬਾਣੀ ਪੜ੍ਹਦੇ ਨੇ, ਇਹਨੂੰ ਡਾਇਬਟੀਜ਼ ਨਾਲ ਜੋੜ ਦਿੰਦੇ ਆ। ਕਹਿੰਦੇ ਜੇ ਮਨ ਜਾਣ ਹੈ ਸੂਲੀਆਂ, ਕਹਿੰਦੇ ਜੇ ਇੰਜੈਕਸ਼ਨ ਹੀ ਲਾਉਣੇ ਸੀ ਬਾਅਦ 'ਚ ਇਨਸੂਲਿਨ ਦੇ, ਇਹ ਕਾਹੇ ਮਿੱਠਾ ਖਾਹੇ। ਪਰ ਅਸਲ ਦੇ ਵਿੱਚ ਇਹ बढ़दा ਨਹੀਂ ਹੈ। ਕੰਟੈਂਪਰੇਰੀ ਸੂਲੀਆਂ ਉਹਨਾਂ ਨੇ ਸਰਿੰਜ ਤੋਂ ਜੋੜ ਦਿੱਤਾ। ਇਹ ਵੀ ਮੈਂ ਥੋੜ੍ਹੇ ਚਿਰ ਪਹਿਲਾਂ ਇਹ ਵੀ ਤੁਕ, ਹਾਂ ਚਲੋ, ਬਾਣੀ ਦਾ ਐਨਾਲਿਸਿਸ ਬੜਾ ਵਿਸਮਾਦ ਹੈ। ਇਹ ਤੇ ਸੱਚ ਹੈ, ਜੇ 100 ਵਰਿਆਂ ਮਿੱਠਾ ਖਾਜੈ ਭੀ ਫਿਰ ਕੌੜਾ ਖਾਏ। ਜਿਹਨੇ ਕੱਲਾ ਮਿੱਠਾ ਹੀ ਖਾਧਾ ਉਹਨੂੰ ਤੇ ਫਿਰ ਡਾਇਬਟੀਜ਼ ਹੋਣੀ ਹੈ, ਇਨਸੂਲਿਨ ਤੇ ਲੈਣੀ ਪੈਣੀ ਹੈ। ਪਰ ਇੱਥੇ ਮਿੱਠਾ ਹੈ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾ ਲੋ। ਇਹ ਹੈ, ਜੇ ਰਤ ਲੱਗਿਆ ਕਪੜਾ ਜਾਮਾ ਹੋਈ ਪਲੀਤ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਸ ਰੂਪ ਦੇ ਵਿੱਚ ਜਿਹੜੇ ਸਿਰਫ ਵਿਕਾਰ ਹੀ ਭੋਗਦੇ ਨੇ, ਕਹਿੰਦੇ ਫਿਰ ਉਹ ਇਹ ਸਮਝੋ ਕਿ ਜੇ ਮਨ ਜਾੜ ਹੈ ਸੂਲੀਆਂ, ਵਿਕਾਰਾਂ ਨੂੰ ਭੋਗਣ ਦਾ ਫਲ ਸੂਲੀਆਂ ਹੀ ਮਿਲਣੀਆਂ, ਦੁੱਖ ਹੀ ਮਿਲਣੇ ਆ। ਕਾਹੇ ਮਿੱਠਾ ਗਾਏ, ਫਿਰ ਇਹੋ ਜਿਹਾ ਜੀਵਨ ਕਿਉਂ ਜਿਉਣਾ ਜੀ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਅੱਗੇ ਗਏ ਨਾ ਮੰਨੀਅਨ ਮਾਰ ਕੱਢੋ ਵੇ ਪੀਰ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ। ਅਸੀਂ ਦੁੱਖ ਕਦ ਸਾਨੂੰ ਬੰਦਗੀ ਵਾਲਿਆਂ ਨੂੰ ਖਾਸ ਕਰਕੇ ਕਿਹੜੀ ਚੀਜ਼ ਰੋਕਦੀ ਹੈ? ਕਿਸੇ ਦਾ ਦਿਲ ਦੁਖਾਇਆ ਹੋਇਆ ਬੰਦਗੀ 'ਚ ਵਿਘਨ ਬਣਦਾ ਹੈ। ਕਿਸੇ ਨਾਲ ਧੱਕਾ ਕੀਤਾ, ਵਧੀਕੀ ਕੀਤੀ ਹੋਈ, ਅੰਦਰ ਨਾ ਬਾਰ-ਬਾਰ ਉਹ ਸੂਲ ਦੀ ਤਰ੍ਹਾਂ ਚੁੱਭਦਾ ਹੈ। ਇਸ ਕਰਕੇ ਸਤਿਗੁਰੂ ਜੀ ਉਹਨੂੰ ਔਗੁਣਾਂ 'ਚ ਹੀ ਗਿਣਦੇ ਆ। ਨਾਨਕ ਔਗੁਣ ਜੇਤੜੇ ਤੇਤੀ ਗਲੀ ਜੰਜੀਰ। ਗਲ ਦੇ ਵਿੱਚ ਉਹ ਭਾਰੀ ਜੰਜੀਰ ਹੈ, ਉਹ ਵੱਧਣ ਨਹੀਂ ਦੇਗੀ ਅੱਗੇ ਸੁਰਤ ਨੂੰ ਵੀ। ਔਰ ਸਕੇ ਭੈਣ ਭਰਾ ਇੱਥੇ ਤੱਕ ਸੀਮਿਤ ਨੇ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਇਹ 7 ਭੈਣ ਭਰਾ ਨੇ ਨਾ, ਗੁਣ 7, ਸੰਤੋਖ, ਧਰਮ, ਗਿਆਨ, ਵਿਚਾਰ, ਸਹਿਜ, ਇਹ ਜਿਹੜੇ ਗੁਣ ਨੇ ਇਹ ਭਰਾ ਨੇ ਅਸਲ ਦੇ ਵਿੱਚ। ਜਿਹਨੂੰ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਉ ਡਰੂਰੀ, ਇਹ ਸ਼ਬਦ ਦੇ ਵਿੱਚ ਭੈਣ ਭਰਾਵਾਂ ਦਾ ਵੀ ਜ਼ਿਕਰ ਕੀਤਾ ਸੀ ਅਸੀਂ, ਕਿ ਕਿਹੜੇ ਗੁਣ ਭੈਣ ਨੇ ਤੇ ਕਿਹੜੇ ਗੁਣ ਭਰਾ ਨੇ। ਸਤਿਗੁਰੂ ਜੀ ਕਹਿੰਦੇ ਜੇ ਗੁਣ ਹੋਣ ਤਾਂ ਕਟੀਅਨ ਸੇ ਭਾਈ ਸੇ ਵੀਰ। ਗੁਣ ਸਾਡੇ ਭਰਾ ਤੇ ਵੀਰ ਬਣ ਕੇ ਜਾਂਦੇ ਨੇ। ਪਰ ਸਾਡੇ ਅੰਦਰ ਜੇ ਗੁਣ ਹੋਣ ਤੇ ਅਵਗੁਣ ਨੂੰ ਲੁਕੋ ਲਈਏ। ਹਾਂ, ਜੇ ਕੋਈ ਸੋਹਣਾ ਨਹੀਂ ਹੈ, ਅੰਦਰੋਂ ਸੋਹਬਤ ਦਾ, ਦਿਲ ਦਾ ਚੰਗਾ ਹੈ, ਅੰਦਰੋਂ ਐਥੀਕਲ ਹੈ, ਫਿਰ ਉਹਦਾ ਜਿਹੜਾ ਅਵਗੁਣ ਹੈ ਨਾ, ਉਹਦੇ ਗੁਣਾਂ ਦੇ ਅੱਗੇ ਲੁਕ ਜਾਂਦਾ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਦੁਨੀਆ ਦੇ ਅਵਗੁਣ ਲੋਕਾਂ ਦੇ ਗੁਣਾਂ ਤੋਂ ਹੀ ਛੁਪ ਜਾਂਦੇ ਆ। ਇੱਕ ਅਵਗੁਣ ਹੈ, ਜੇ ਇੱਕ ਗੁਣ ਹੈ ਤੇ ਉਹ ਅਵਗੁਣ ਲੁਕ ਜਾਏਗਾ। ਜੇ ਸੋਹਣਾ ਨਹੀਂ ਬੰਦਾ, ਅੰਦਰ ਦੇ ਗੁਣ ਹੈ ਤੇ ਉਹ ਸੁਹੱਪਣ ਵਾਲਾ, ਉਹ ਕੁਰੂਪਤਾ ਵਾਲਾ ਇੱਕ ਹਿੱਸਾ ਲੁਕ ਜਾਏਗਾ। ਇਸ ਕਰਕੇ ਏਕ ਨਾ ਭਰੀਆਂ ਗੁਣ ਕਰ ਧੋਵਾਂ। ਜੇ ਇੱਕ ਅੱਧਾ ਮੇਰੇ ਕੋਲ ਗੁਣ ਹੋਏ ਤੇ ਮੈਂ
ਇੱਕ ਅੱਧੇ ਅਵਗੁਣ ਨੂੰ ਧੋ ਲਾਂ, ਪਰ ਮੇਰੇ ਤੇ ਮਹਾਰਾਜ ਅਵਗੁਣ ਇੰਨੇ ਹੈ ਤੇ ਇੱਕ ਅੱਧਾ ਗੁਣ ਹੈ, ਮੈਂ ਕਿਹਨੂੰ? ਇਹ ਹਾਲ ਹੈ। ਇੱਕ ਸਿਆਣਾ ਬੰਦਾ ਖੜਾ ਹੈ, ਉਹਦੇ ਪਿੱਛੇ 1000 ਬੰਦੇ ਖੜੇ ਹੈ ਮੂਰਖ, ਤੇ ਉਹ ਮੂਰਖ ਬੰਦੇ ਇੱਕ ਸਿਆਣੇ ਨੂੰ ਕਹਿਣ ਕਿ ਮੈਨੂੰ ਲੁਕੋ ਲੇ ਆਪਣੇ ਪਿੱਛੇ। ਇੱਕ ਸਿਆਣਾ ਹਜ਼ਾਰਾਂ ਨੂੰ ਕਿਵੇਂ ਲੁਕੋਏਗਾ? ਏਕ ਨਾ ਭਰੀਆਂ, ਗੁਣ ਤੇ ਇੱਕ ਹੈ, ਤੇ ਮੰਝ ਕੁਚੱਜੀ ਅਮਾਵਣ ਡੋਸੜੇ, ਤੇ ਅਵਗੁਣ ਇੰਨੇ ਨੇ। ਏਕ ਨਾ ਭਰੀਆਂ ਗੁਣ ਕਰ ਧੋਵਾਂ, ਮੇਰਾ ਸ਼ੌ ਜਾਗਿਆ ਹੋ ਨਿਸ ਪਰ ਸੋਵਾਂ। ਇਉਂ ਕਿਉਂ ਆਸ ਪਿਆਸੀ ਇਸ ਰੂਪ 'ਚ, ਇਉਂ ਕਿਉਂ ਕੰਤ ਪਿਆਰੀ ਹੋਵਾਂ, ਸ਼ੌ ਜਾਗੈ ਹੋ ਨਿਸ ਪਰ ਸੋਵਾਂ। ਆਸ ਪਿਆਸੀ ਸੇਜੈ ਆਵਾਂ, ਆਗੈ ਸ਼ੌ ਭਾਵਾਂ ਕੇ ਨਾ ਭਾਵਾਂ। ਇਹ ਰੂਪ 'ਚ ਜੇ ਗੁਣ ਹੋਣ ਤਾਂ ਕਟੀਅਨ, ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਅਨ। ਕਹਿੰਦੇ ਅੱਗੇ ਨਹੀਂ ਚਲਦੇ ਇਹ ਅਵਗੁਣ, ਅੱਗੇ ਅਵਗੁਣਾਂ ਨੂੰ ਬੜੀ ਤਸ਼ੱਦਦ ਸਹਿਣੀ ਪੈਂਦੀ ਹੈ। ਮਾਰ ਕੱਢੋ ਵੇ ਪੀਰ, ਵੇ ਪੀਰ ਕਹਿੰਦੇ ਆ ਇਹ ਜਿਹੜੇ ਅਵਗੁਣ ਨੇ ਨਾ, ਪੀਰ ਨੇ ਨਹੀਂ ਦਿੱਤੇ, ਇਹ ਗੁਰੂ ਨੇ ਨਹੀਂ ਦਿੱਤੇ ਅਵਗੁਣ, ਇਹ ਵੇ ਪੀਰ ਨੇ, ਇਹ ਅਸੀਂ ਆਪਣੇ ਇਕੱਠੇ ਕੀਤੇ ਆ। ਇਸ ਕਰਕੇ ਇਹਨੂੰ ਛੇਤੀ ਤੋਂ ਛੇਤੀ ਮੁਕਾਓ ਜੀ, ਕੱਢੋ ਬਾਹਰ। ਸੋਰਠ ਮਹਿਲਾ ਪਹਿਲਾ, ਘਰ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ। ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ। ਰਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀ। ਸੇ ਘਰ ਪਾਗਠ ਦੇਖ। ਬਹੁਤ ਕੀਮਤੀ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ। ਸੰਪਰਦਾਈ ਮੈਂ ਟੀਕੇ ਪੜ੍ਹ ਰਿਹਾ ਸੀ, ਫਰੀਦਕੋਟੀਏ ਵਾਲਾ ਲਿਖਦਾ ਕਿ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਖੇਤੀਬਾੜੀ ਕਰ ਲਓ। ਗੁਰੂ ਸਾਹਿਬ ਕਹਿੰਦੇ ਮਨ ਨਹੀਂ ਲੱਗਦਾ। ਪਿਤਾ ਜੀ ਕਹਿੰਦੇ ਵਪਾਰ ਕਰ ਲਓ। ਗੁਰੂ ਸਾਹਿਬ ਕਹਿੰਦੇ ਮਨ ਨਹੀਂ ਲੱਗਦਾ। ਪਿਤਾ ਜੀ ਕਹਿੰਦੇ ਦੁਕਾਨ ਕਰ ਲਓ, ਕਹਿੰਦੇ ਮਨ ਨਹੀਂ ਲੱਗਦਾ। ਪਿਤਾ ਜੀ ਕਹਿੰਦੇ ਨੌਕਰੀ ਕਰ ਲਓ। ਵੈਸੇ ਇਹ ਸਾਖੀ ਝੂਠੀ ਹੈ ਜੀ, ਇਹ ਮਨ ਘੜਤ ਸਾਖੀ ਹੈ। ਇਹ ਗੁਰੂ ਸਾਹਿਬ ਨੇ ਇਸ ਧਰਤੀ ਦੇ ਲੋਕਾਂ ਨੂੰ ਦੱਸਿਆ 4 ਤਰ੍ਹਾਂ ਦੇ ਵਪਾਰ ਨੇ। ਖੇਤੀ ਹੈ, ਵਪਾਰ ਬਿਜ਼ਨਸ ਹੈ, ਤੀਜੀ ਦੁਕਾਨਦਾਰੀ ਹੈ, ਚੌਥਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨੌਕਰੀ। ਇਹ 4 ਹੀ ਤਰ੍ਹਾਂ ਦੇ ਵਪਾਰ ਇਸ ਧਰਤੀ 'ਤੇ ਨੇ। ਇਹਨਾਂ 4 ਤਰ੍ਹਾਂ ਦੇ ਵਪਾਰ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ। ਅੰਤਰੀਵ ਭਾਵ ਸ਼ਬਦ ਦੀ ਆਖਰੀ ਤੁਕ ਦੇ ਵਿੱਚ ਸਾਹਮਣੇ ਰੱਖਾਂਗੇ। ਪਹਿਲਾਂ ਬਾਕੀ ਸ਼ਬਦ ਦੀ ਅਰਥ ਨੂੰ ਸਮਝੀਏ ਕਿ ਜਿਸ ਤਰ੍ਹਾਂ ਬਾਹਰ ਦੀ ਕਿਰਸਾਨੀ ਕੀਤੀ ਜਾਂਦੀ ਹੈ, ਇਸ ਤਰ੍ਹਾਂ ਮਨ ਦੀ ਵੀ ਕਿਰਸਾਨੀ ਕਰੀਏ। ਜੇ ਕੋਈ ਦੁਕਾਨਦਾਰ ਹੈ, ਉਹ ਵੀ ਇਹ 4 ਤਰ੍ਹਾਂ ਦੀ ਜਿਹੜੀ ਕਿਰਤ ਹੈ ਉਹ ਕਰੇਗਾ। ਜੇ ਕੋਈ ਕਿਰਸਾਨ ਹੈ, ਉਹ ਵੀ ਇਹ 4 ਤਰ੍ਹਾਂ ਦੀ ਕਿਰਤ ਕਰੇਗਾ। ਜੇ ਕੋਈ ਦੁਕਾਨਦਾਰ, ਉਹ ਵੀ ਕਰੇਗਾ, ਤੇ ਜੇ ਕੋਈ ਨੌਕਰੀ ਕਰਦਾ ਤੇ ਉਹ ਵੀ ਕਰੇਗਾ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਨਮੁਖ ਬੈਠ ਗਿਆ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਤਾਕੀਦ ਹੈ ਜੀ, ਘਰ ਪਹਿਲੇ ਦੀ। ਮਨ ਹਾਲੀ ਕਿਰਸਾਨੀ ਕਰਨੀ, ਇਹ 2 ਵੱਖਰੇ ਵੱਖਰੇ ਨੇ। ਮਨ ਹਾਲੀ ਕਿਰਸਾਨੀ ਕਰਨੀ, 2 ਭੇਤ ਹੋ ਗਏ ਜੀ। ਹਲ ਜੋਣਾ, ਮਨ ਨੂੰ ਸਮਝੋ ਹਲ ਜੋਵਣ ਵਾਲਾ ਬੰਦਾ, ਮਨ ਨੇ ਹਾਲੀ ਕਰਨੀ ਹੈ। ਤੇ ਕਰਨੀ, ਚੰਗੀ ਕਰਨੀ ਕਰੋ, ਇਹਨੂੰ ਕਿਰਸਾਨੀ ਕਿਹਾ। ਜੇ ਮਾੜੀ ਕਰੋਗੇ ਤੇ ਫਿਰ ਬੀਜ ਨਹੀਂ ਜੰਮੇਗਾ। ਕਰਨੀ ਸਾਡੀ ਚੰਗੀ ਹੋਣੀ ਚਾਹੀਦੀ, ਸ਼ਰਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੈਠਣ ਵਾਲਿਆਂ ਦੀ ਕਰਨੀ ਬਾਹਰ ਜਾ ਕੇ ਵਿਚਾਰ ਚੰਗੀ ਹੋਣੀ ਚਾਹੀਦੀ, ਤਾਂ ਇਹ ਖੇਤੀ ਹੋਏਗੀ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ। ਕਹਿੰਦੇ ਅੰਦਰ ਦੀ ਸ਼ਰਮ ਨੂੰ ਆਪਣਾ ਪਾਣੀ ਬਣਾਓ, ਮਸ਼ੱਕਤ ਨੂੰ, ਜਿਨੀ ਨਾਮ ਤੇ ਆਇਆ ਇਹ ਵਾਲੀ ਮਸ਼ੱਕਤ, ਤੇ ਆਪਣੇ ਤਨ ਨੂੰ ਖੇਤ ਬਣਾਓ। ਨਾਮ ਬੀਜ, ਸਤਿਗੁਰ ਜੀ ਦਾ ਨਾਮ ਇਹਦੇ ਵਿੱਚ ਬੀਜੋ। ਸੰਤੋਖ ਸੁਹਾਗਾ, ਹੁਣ ਸੁਹਾਗਾ ਕਿਵੇਂ ਦੱਸਾਂ ਤੁਹਾਨੂੰ। ਜਦ ਬੀਜ ਬੋਲਿਆ ਜਾਂਦਾ ਹੈ ਨਾ ਮਿੱਟੀ ਦੇ ਵਿੱਚ, ਬੀਜ ਬੋਣ ਤੋਂ ਬਾਅਦ ਇੱਕ ਬਹੁਤ ਵੱਡਾ ਲੱਕੜ ਦਾ ਬੱਲਾ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਨਾ ਉਹਦੇ ਉੱਤੇ ਕਿਰਸਾਨ ਚੜ੍ਹ ਜਾਂਦਾ, ਟਰੈਕਟਰ ਨੂੰ ਰੱਸੇ ਨਾਲ ਫੜ ਲੈਂਦਾ, ਉਹ ਫਿਰ ਲੱਕੜ ਦਾ ਬੱਲਾ ਫੇਰਿਆ ਜਾਂਦਾ। ਇਟਸ ਅੱਛਾ ਹਿਊਜ, ਇੱਕ ਸਕੁਏਅਰ ਲੱਕੜ ਦਾ ਹੁੰਦਾ। ਉਹ ਕੀ ਕਰਦਾ, ਮਿੱਟੀ ਨੂੰ ਪੂਰੀ ਪੱਧਰੀ ਕਰ ਦਿੰਦਾ ਕਿ ਜਿਹੜਾ ਬੀਜ ਬੋਇਆ ਗਿਆ ਉਹ ਬੀਜ ਉੱਤੇ ਨਾ ਆਏ, ਉਹ ਬੀਜ ਥੱਲੇ ਚਲਾ ਜਾਏ। ਉਹ ਅਸਲ ਦੇ ਵਿੱਚ ਧਰਤੀ ਨੂੰ ਵਾਈਬ੍ਰੇਟ ਕਰਨ ਲਈ ਹੁੰਦਾ। ਸਤਿਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਕਿਰਸਾਨ ਸੁਹਾਗਾ ਫੇਰਦਾ ਨਾ, ਤੂੰ ਆਪਣੇ ਮਨ 'ਤੇ ਸੰਤੋਖ ਦਾ ਸੁਹਾਗਾ ਬਣਾ ਲੈ। ਕਿਸ ਰੂਪ 'ਚ? ਬੀਜ ਬੋਤਾ, ਸਬਰ ਕਰ, ਬਹੁਤ ਸਬਰ ਕਰ, ਸੰਤੋਖ ਵਰਗਾ ਸਤਿਗੁਰੂ ਜੀ ਦਾ ਸ਼ੁਕਰ ਕਰ। ਇਹਨੂੰ ਇਸੀ ਰੂਪ ਦੇ ਵਿੱਚ ਅੰਦਰ ਜਮਾਉਣ ਦੀ ਕੋਸ਼ਿਸ਼ ਕਰ। ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਯੂ ਹੈਵ ਟੂ ਲਿਵ ਦ ਮੋਡਰੇਟ ਲਾਈਫ, ਐਜ਼ ਮਿਨੀਮਲਿਸਟਿਕ ਐਜ਼ ਯੂ ਕੈਨ ਲਿਵ। ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਹੈ
ਇਹ ਮਿਨੀਮਲਿਜ਼ਮ ਦੀ ਫਿਲਾਸਫੀ ਨਾ ਲੈ ਲਿਓ ਜਿਹੜੀ ਅੱਜ YouTube ਤੇ ਗੂਗਲ ਤੇ ਬੜੀ ਹੈ, ਮਿਨੀਮਲਿਜ਼ਮ ਕੀ ਚੱਲ ਰਿਹਾ। ਗੁਰੂ ਨਾਨਕ ਸਾਹਿਬ ਦਾ ਮਿਨੀਮਲਿਜ਼ਮ ਬਹੁਤ ਅਦਭੁਤ ਹੈ। ਮਿਨੀਮਲਿਜ਼ਮ ਦਾ ਮਤਲਬ ਇਹ ਹੈ ਕਿ ਕਰੋੜਾਂ ਹੋਣ, ਅਰਬਾਂ ਵੀ ਹੋਣ, ਪਰ ਗੁਰੂ ਕਾ ਸਿੱਖ ਬੜਾ ਸਿੰਪਲ ਜੀ, ਬੜਾ ਕਿਵੇਂ ਸਿੰਪਲ। ਇੱਕ ਫਕੀਰ ਦੇ ਘਰ ਇੱਕ ਟੂਰਿਸਟ ਜਾਂਦਾ ਹੈ, ਸਮਾਨ ਲੈ ਕੇ ਥੋੜ੍ਹੇ ਦਿਨ ਰਹਿਣ ਵਾਸਤੇ ਉਹਦੇ ਘਰ ਜਾਂਦਾ ਹੈ, ਅਤੇ 2-4 ਹੀ ਬਸ ਫਰਨੀਚਰ ਹੁੰਦੇ ਨੇ, ਅਤੇ ਉਹ ਫਕੀਰ ਨੂੰ ਪੁੱਛਦਾ ਬਸ ਇੰਨਾ ਕੁ ਸਮਾਨ ਤੇਰੇ ਕੋਲ। ਅਤੇ ਫਕੀਰ ਉਹਨੂੰ ਪੁੱਛਦਾ ਤੂੰ ਵੀ ਤਾਂ ਆਇਆ, ਤੂੰ ਵੀ ਬਸ ਇੱਕੋ ਬੈਗ ਲਿਆਇਆ। ਕਹਿੰਦਾ ਮੈਂ ਤਾਂ ਸਫਰੀ ਹਾਂ ਨਾ, ਸਫ਼ਰ ਕਰਨ ਆਇਆ, ਮੈਂ ਤਾਂ ਬਸ ਕੁਝ ਦਿਨਾਂ ਦਾ ਇੱਥੇ ਮਹਿਮਾਨ ਹਾਂ। ਫਕੀਰ ਕਹਿੰਦਾ ਮੈਂ ਵੀ ਮਹਿਮਾਨ ਹਾਂ, ਮੈਂ ਵੀ ਮਹਿਮਾਨ ਹਾਂ। ਦਿਸ ਇਜ਼ ਦ ਮਿਨੀਮਲਿਸਟਿਕ ਲਾਈਫ। ਕਰੋੜਾਂ ਵੀ ਹੋਣ ਪਰ ਪਕੜ ਨਾ ਹੋਏ, ਰੱਖ ਗਰੀਬੀ ਵੇਸ। ਇਹ ਸ਼ਬਦ ਬੜੇ ਕੀਮਤੀ ਨੇ, ਮੈਂ ਬਹੁਤਾ ਸਮਾਂ ਨਾ ਲਾਂ, ਬਸ ਇਸ ਭਾਵ ਨੂੰ ਸਤਿਗੁਰ ਜੀ ਸਾਡੇ ਹਿਰਦੇ 'ਚ ਵਸਾ ਦੇਣ। ਜਿੰਨੀ ਮਿਨੀਮਲਿਸਟਿਕ ਦੀ ਮੋਡਰੇਟ ਵੇ ਆਫ ਲਾਈਫ ਜੀਵਾਂਗੇ ਨਾ, ਇੱਕੋ ਗੱਲ ਮੈਨੂੰ ਚੇਤੇ ਆਉਂਦੀ ਹੈ ਇਸ ਤੁਕ ਤੋਂ, ਜਿਹਨੂੰ ਜਿਉਣਾ ਆ ਗਿਆ ਉਹਨੂੰ ਜਾਣਾ ਆ ਗਿਆ। ਫਿਰ ਸੁਣੋ ਜੀ, ਜਿਹਨੂੰ ਇਸ ਤਰੀਕੇ ਨਾਲ ਜੀਣਾ ਆ ਗਿਆ ਨਾ, ਉਹਨੂੰ ਇੱਥੋਂ ਜਾਣਾ ਆ ਗਿਆ, ਨਹੀਂ ਤਾਂ ਸਾਨੂੰ ਜਾਣਾ ਨਹੀਂ ਆਇਆ। ਸਤਿਗੁਰੂ ਜੀ ਇਹ ਕਹਿੰਦੇ ਇਸ ਰੂਪ ਦੇ ਵਿੱਚ ਰੱਖ ਗਰੀਬੀ ਵੇਸ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ, ਭਾਉ ਕਰਮ ਕਰ ਜਮ ਸੀਸੇ ਘਰ ਪਾਗਟ ਦੇਖ। ਭਾਉ ਕਹਿੰਦੇ ਆ ਪਿਆਰ, ਅਤੇ ਕਰਮ ਕਹਿੰਦੇ ਆ ਕਿਰਪਾ। ਆਪਣਾ ਪਿਆਰ ਤੇ ਗੁਰੂ ਦੀ ਕਿਰਪਾ ਟਿਕ ਜਾਈ ਬਸ। ਸਤਿਗੁਰੂ ਜੀ ਕਿਰਪਾ ਕਰਨਗੇ, ਸੇ ਘਰ ਭਾਗਟ ਦੇਖ। ਫਿਰ ਤੂੰ ਕਹੇਂਗਾ ਹਮ ਧਨਵੰਤ ਭਾਗਟ ਸੱਚ ਨਾਏ। ਇਹ ਘਰ, ਇਹ ਸਰੀਰ ਭਾਗਾਂ ਵਾਲਾ ਹੋ ਜਾਏਗਾ ਜੇ ਨਾਮ ਦਾ ਬੀਜ ਇਹ ਜ਼ਿੰਦਗੀ ਦੀ ਰੋਹ ਸਤਿਗੁਰੂ ਜੀ ਨੇ ਬਖਸ਼ ਦਿੱਤੀ ਜੀ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਬੂਝੈ ਕੋਇ ਰਹਾਉ। ਇਸ ਕਰਕੇ ਪਕੜ ਨਹੀਂ ਹੋਣੀ ਚਾਹੀਦੀ। ਹੋਏ ਸਭ ਕੁਝ, ਫਿਰ ਜੇ ਪਕੜ ਹੋਏਗੀ ਫਿਰ ਜਾਣਾ ਔਖਾ ਹੋ ਜਾਏਗਾ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਬੂਝੈ ਕੋਈ, ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ ਜੀ। ਰਹਾਉ ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ। ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਇੱਥੇ ਹੁਣ ਦੁਕਾਨਦਾਰੀ ਸ਼ੁਰੂ ਹੋ ਗਈ ਜੀ, ਇਹ ਦੂਸਰੀ ਹੋ ਗਈ, ਖੇਤੀਬਾੜੀ ਖਤਮ ਹੋ ਗਈ। ਹਾਂ, ਇੱਕ ਉਦਾਹਰਨ ਦੇ ਦਾਂ ਕਿ ਜਿਸ ਤਰ੍ਹਾਂ ਦੁਕਾਨਦਾਰ ਲੰਚ ਕਰਨ ਜਾਂਦਾ ਦੁਕਾਨ ਦੇ ਵਿੱਚ ਨੌਕਰ ਨੂੰ ਬਿਠਾ ਕੇ, ਅਤੇ ਜਦ ਉਹ ਵਾਪਿਸ ਆ ਰਿਹਾ ਹੁੰਦਾ ਦੁਕਾਨ ਵੱਲ, ਅਤੇ ਰਸਤੇ 'ਚ ਕੋਈ ਉਹਨੂੰ ਗਾਹਕ ਮਿਲ ਜਾਏ, ਉਹਨੂੰ ਪੁੱਛੇ ਜੀ ਇਹ ਸਮਾਨ ਹੈ ਤੁਹਾਡੇ ਕੋਲ। ਹੁਣ ਜਿਹੜਾ ਦੁਕਾਨਦਾਰ ਸੱਚੀ ਮੁੱਚੀ ਦੁਕਾਨਦਾਰ ਵਪਾਰੀ ਹੋਏਗਾ ਨਾ, ਉਹਨੂੰ ਡੱਬਾ ਵੀ ਪਤਾ ਲੱਗ ਜਾਏਗਾ, ਉਹਨੂੰ ਪਰਛੱਤੀ ਵੀ ਪਤਾ ਲੱਗ ਜਾਏਗੀ, ਫਲਾਣੀ ਥਾਂ ਵੀ ਪਤਾ ਲੱਗ ਜਾਏਗੀ ਕਿ ਉਹ ਸਮਾਨ, ਅਤੇ ਉਹ ਉੱਥੇ ਸੁਰਤ 'ਤੇ ਕਹਿ ਦੇਗਾ ਹਾਂ ਪਿਆ। ਅੱਜ ਤਾਂ ਚਲੋ ਫੋਨ ਕਰ ਦਿੰਦੇ ਆ, ਇਹ ਉਹਨੂੰ ਕਹਿ ਦਿੰਦੇ ਫਲਾਣੀ ਥਾਂ 'ਤੇ ਫਲਾਣੀ। ਬਸ ਗੁਰੂ ਸਾਹਿਬ ਕਹਿੰਦੇ ਆ, ਜਿਸ ਤਰ੍ਹਾਂ ਦੁਕਾਨਦਾਰ ਦੀ ਸੁਰਤ ਦੇ ਵਿੱਚ ਦੁਕਾਨ ਦਾ ਇੱਕ ਇੱਕ ਸਮਾਨ ਭਾਵੇਂ ਜਿੱਥੇ ਮਰਜ਼ੀ ਚਲਾ ਜਾਏ, ਉਹਨੂੰ ਪਤਾ ਫਲਾਣਾ ਸਮਾਨ ਉੱਥੇ ਪਿਆ, ਚੌਲ ਉੱਥੇ ਪਏ ਨੇ, ਚੀਨੀ ਉੱਥੇ ਪਈ ਹੈ, ਹੋਰ ਪੰਸਾਰੀ ਦਾ। ਕਹਿੰਦੇ ਇਸ ਤਰ੍ਹਾਂ ਗੁਰੂ ਕੇ ਸਿੱਖ ਦੇ ਅੰਦਰ ਨਾਮ ਐਸਾ ਹੈ, ਉਹ ਜਿੱਥੇ ਮਰਜ਼ੀ ਚਲਾ ਜਾਏ, ਉਹਦੀ ਸੁਰਤ ਦੇ ਵਿੱਚ ਪ੍ਰਭੂ ਦੇ ਨਾਮ ਤੇ ਧਨ ਦੇ ਗੁਣ ਪਏ ਨੇ, ਬਸ ਉਹਨੂੰ ਗੁਣ ਹੀ ਚੇਤੇ ਆਉਣਗੇ। ਇਸ ਰੂਪ 'ਚ ਸਰਵਣ ਕਰੋ। ਹਾਣ ਹਟ ਕਰ ਆਰਜਾ। ਆਪਣੀ ਹਾਣ, ਆਪਣੀ ਉਮਰ ਨੂੰ, ਆਪਣੀ ਆਰਜਾ ਨੂੰ ਦੁਕਾਨ ਬਣਾਓ। ਇਹ ਬਹੁਤਾ ਚਿਰ ਨਹੀਂ ਰਹਿਣ ਵਾਲੀ। ਅੱਜ ਅਸੀਂ ਹਾਂ ਅਤੇ ਕੱਲ੍ਹ ਸਾਡੇ ਤੋਂ ਬਾਅਦ ਬੈਠਣਗੇ। ਜਿਸ ਆਸਮ ਹਮ ਬੈਠੇ ਕੀਤੇ ਬੈਸ ਗਏ। ਇਸ ਕਰਕੇ ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ। ਸੱਚੇ ਨਾਮ ਦਾ ਸਮਾਨ ਇਕੱਠਾ ਕਰ, ਵਸਤੂ ਇਕੱਠੀ ਕਰ ਇਸ ਦੁਕਾਨ ਦੇ ਵਿੱਚ। ਸੁਰਤ ਸੋਚ ਕਰ ਭਾਂਡ ਸਾਲ। ਇਹਨੂੰ ਸੋਚ ਵੀ ਹੈ, ਇਹਨੂੰ ਸੋਚ ਵੀ ਹੈ, ਪਰ ਇਹਨੂੰ ਸੋਚ ਦੇ ਅਰਥ ਦੇ ਵਿੱਚੋਂ ਲਿਆ ਹੋਇਆ ਕਿ ਜਿਸ ਤਰ੍ਹਾਂ ਦੁਕਾਨਦਾਰ ਦੀ ਸੋਚ ਦੇ ਵਿੱਚ ਭਾਂਡੇ ਦਾ ਪਤਾ ਲੱਗ ਜਾਂਦਾ ਕਿਹੜੇ ਭਾਂਡੇ 'ਚ ਸਮਾਨ ਪਿਆ ਨਾ, ਇਸ ਤਰ੍ਹਾਂ ਇਸ ਰੂਪੀ ਭਾਂਡੇ ਦੇ ਵਿੱਚ, ਘਰ ਦੁਕਾਨ ਰੂਪੀ ਭਾਂਡੇ 'ਚ, ਸਰੀਰ 'ਚ ਗੁਰੂ ਦੇ ਗੁਣਾਂ ਦਾ ਹੀ ਚੇਤਾ ਰਹੇ। ਇਹਦੇ ਅੰਦਰ ਅਵਗੁਣ ਨਾ ਆਉਣ, ਅਵਗੁਣ ਦੇ ਫੁਰਨੇ ਨਾ ਆਉਣ। ਸੁਰਤ ਸੋਚ ਕਰ ਭਾਂਡ ਸਾਲ। ਇਸ ਭਾਂਡੇ ਦੇ ਵਿੱਚ ਪ੍ਰਭੂ ਦੇ ਨਾਮ, ਤਿਸ ਵਿੱਚ ਤਿਸ ਨੂੰ ਰੱਖ। ਇੱਕ ਤਿਸ ਦੇ ਸੱਸੇ ਨੂੰ ਔਂਕੜ ਹੈ, ਇੱਕ ਦਾ ਤਿਸ ਬਿਲਕੁਲ ਮੁਕਤਾ ਹੈ।
ਤਿਸ ਇਹਦੇ ਵਿੱਚ ਭੇਤ ਨੇ ਬਾਣੀ ਦੇ। ਤਿਸ ਵਿੱਚ ਤਿਸ ਨੂੰ ਰੱਖ, ਕਿਸ ਨੂੰ ਰੱਖ। ਹੁਣ ਜਿੱਥੇ ਨੋ ਆ ਗਿਆ ਨਾ, ਜਿੱਥੇ ਬਾਣੀ ਦੇ ਨਾਲ ਅਗੇਤਰ ਆ ਜਾਏਗਾ ਉੱਥੇ ਔਂਕੜ ਹਟ ਜਾਏਗਾ। ਜੇ ਹੁੰਦਾ ਤਿਸ ਵਿੱਚ ਤਿਸ ਰੱਖ ਤੇ ਇੱਥੇ ਤਿਸ ਦੇ ਸੱਸੇ ਨੂੰ ਔਂਕੜ ਆਉਣਾ ਹੀ ਹੋਣਾ ਸੀ। ਨੌ ਲੱਗਣ ਦੇ ਕਰਕੇ ਨੌ, ਤੇ, ਥੇ, ਥੀ, ਤਾ, ਤੇ, ਤੀ, ਇਹ ਜਿੰਨੇ ਆਉਣਗੇ ਬਾਣੀ 'ਚ ਇਹ ਔਂਕੜ ਹਟਾ ਦਿੰਦੇ ਆ। ਇਸ ਕਰਕੇ ਨੌ ਆਇਆ। ਕਹਿੰਦੇ ਉਸ ਸਰੀਰ ਰੂਪੀ, ਸੋਚ ਰੂਪੀ, ਸੁਰਤ ਰੂਪੀ ਭਾਂਡੇ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਰੱਖ। ਵਣ ਜਾ ਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਜਿਸ ਤਰ੍ਹਾਂ ਵਪਾਰੀ ਹੋਲਸੇਲ ਤੇ ਰਿਟੇਲ ਦੇ ਕੋਲ ਜਾਂਦਾ ਨਾ, ਰਿਟੇਲ ਕਰਦਾ ਤੇ ਹੋਲਸੇਲਰ ਕੋਲ ਜਾਂਦਾ। ਇਸ ਕਰਕੇ ਅਸੀਂ ਆਪਣੇ ਹੋਲਸੇਲਰ ਕੋਲ ਜਾਈਏ। ਸਾਡੇ ਹੋਲਸੇਲਰ ਕੌਣ ਨੇ? ਜਿਹੜੇ ਸਾਡੇ ਤੋਂ ਵੱਧ ਨਾਮ ਤੇ ਆਉਂਦੇ ਨੇ, ਵੱਡੇ ਵਪਾਰੀ ਨੇ। ਉਹਨਾਂ ਦੀ ਸੰਗਤ ਕਰੀਏ, ਆਪਣੇ ਤੋਂ ਨੀਵੇਂ ਦੀ ਸੰਗਤ ਨਹੀਂ। ਭਾਵ ਜਿਹਦੇ ਕੋਲ ਨਾਮ ਨਹੀਂ ਹੈ ਉਹਦੇ ਕੋਲ ਨਾ ਬੈਠੀਏ। ਜਿਹਦੇ ਕੋਲ ਭੰਡਾਰ ਭਰੇ ਹੋਏ ਨਾ, ਕਹਿੰਦੇ ਉਹਨਾਂ ਦੇ ਨਾਲ ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਇਸ ਰੂਪ 'ਚ ਮਨ 'ਚ ਖੁਸ਼ੀ, ਮਨ 'ਚ ਖੇੜਾ ਕਮਾ ਜੀ। ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ। ਖਰਚ ਬਨ ਚੰਗਿਆਈਆਂ, ਮਤ ਮਨ ਜਾਣੈ ਕੱਲ। ਨਿਰੰਕਾਰ ਕੈ ਦੇਸ਼ ਜਾਹੇ, ਤਾਂ ਸੁਖ ਲਹੈ ਮਹਲ। ਤੀਸਰੀ ਆ ਗਈ ਜੀ ਹੁਣ ਵਪਾਰ, ਬਿਜ਼ਨਸ ਆ ਗਿਆ ਜੀ। ਇਹ ਹੈ ਜੀ ਇੰਪੋਰਟ ਐਕਸਪੋਰਟ ਦਾ, ਜਿਹਦੇ ਵਿੱਚ ਸਤਿਗੁਰੂ ਜੀ ਨੇ ਉਦਾਹਰਣ ਘੋੜਿਆਂ ਦਾ ਲਿਆ। ਘੋੜਿਆਂ ਦਾ ਵਪਾਰ ਬੜਾ ਸਿਖਰ 'ਤੇ ਸੀ। ਅਰਬ ਦੇਸ਼ ਤੋਂ ਘੋੜੇ ਆਉਂਦੇ ਸੀ, ਵਿਕਦੇ ਸੀ। ਭਾਈ ਗੁਰਦਾਸ ਜੀ ਨੇ ਵੀ ਇਹ ਵਪਾਰ ਕੀਤਾ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਜਿਹੜਾ ਕਾਜ਼ੀ ਨਮਾਜ਼ ਪੜ੍ਹ ਰਿਹਾ ਸੀ, ਉਹ ਵੀ ਘੋੜਿਆਂ ਦਾ ਵਪਾਰ ਕਰਨ ਗਿਆ ਹੋਇਆ ਸੀ, ਉਹਦਾ ਮਨ ਵੀ। ਇਸ ਕਰਕੇ ਇਹ ਕਾਮਨ ਸੀ। ਸੁਣ ਸ਼ਾਸਤ ਸੌਦਾਗਰੀ, ਜਿਹੜਾ ਸੌਦਾ ਕਰਨਾ ਹੈ ਨਾ, ਪ੍ਰਭੂ ਦੇ ਸ਼ਬਦ ਨੂੰ ਸੁਣੋ। ਸੁਣ ਸ਼ਾਸਤ ਸੌਦਾਗਰੀ, ਇਹ ਸੌਦਾ ਸਭ ਤੋਂ ਪਵਿੱਤਰ, ਸਭ ਤੋਂ ਲਾਹੇਵੰਦ ਹੈ। ਤਿਸ ਸੱਤ ਘੋੜੇ ਲੈ ਚੱਲ। ਸੱਤ ਘੋੜੇ ਨੇ ਜੀ 7 ਗੁਣ। ਵੈਸੇ ਪੰਜੇ ਬੱਦੇ ਮਹਾਬਲੀ ਦਾ ਵੀ ਜ਼ਿਕਰ ਆਇਆ। 7 ਘੋੜੇ ਨੇ ਜੀ 7, ਸੰਤੋਖ, ਧਰਮ, ਗਿਆਨ, ਵਿਚਾਰ, ਸਹਿਜ ਤੇ ਅੰਦਰ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਆ ਨਿਮਰਤਾ। ਇਹ ਕੁੱਲ ਮਿਲਾ ਕੇ 7 ਗੁਣਾਂ ਦਾ ਜ਼ਿਕਰ ਕੀਤਾ। ਇਹ ਮਨ ਦੇ ਵਿੱਚ ਹੋਣੇ ਚਾਹੀਦੇ। ਖਰਚ ਬਨ ਚੰਗਿਆਈਆਂ, ਆਪਣੇ ਮਨ ਦੇ ਵਿੱਚ ਚੰਗੀ ਤੋਂ ਚੰਗੀਆਂ ਗੱਲਾਂ ਚੇਤੇ ਰੱਖ। ਮਤ ਮਨ ਜਾਣ ਹੈ ਕੱਲ। ਵਪਾਰੀ ਦਾ ਇੱਕ ਅਸੂਲ ਇਹ ਹੈ, ਜੇ ਸੌਦਾ ਕਰਨਾ ਹੈ ਤੇ ਅੱਜ ਹੀ ਕਰੀਏ। ਕੱਲ ਨੂੰ ਗਾਹਕ ਵੀ ਮੁੱਕਰ ਸਕਦਾ ਹੈ, ਕੱਲ ਨੂੰ ਉਹਨੂੰ ਦੂਸਰਾ ਵਪਾਰੀ ਵੀ ਮਿਲ ਸਕਦਾ ਹੈ, ਕੱਲ ਨੂੰ ਸਾਡਾ ਵੀ ਮਨ ਤੇ ਕੱਲ ਨੂੰ ਮਾਰਕੀਟ ਦੇ ਰੇਟਾਂ ਦਾ ਵੀ ਫਰਕ ਪੈ ਸਕਦਾ। ਜਿਸ ਤਰ੍ਹਾਂ ਵਪਾਰੀ ਇੱਕ ਦਿਨ ਵੀ ਢਿੱਲ ਨਹੀਂ ਕਰਦਾ, ਇਸ ਤਰ੍ਹਾਂ ਭਾਈ ਤੂੰ ਜੇ ਰੱਬ ਦੇ ਦਰਬਾਰ ਦਾ ਵਪਾਰੀ ਬਣਿਆ, ਨਾਮ ਜਪਣ ਲਈ ਇੱਕ ਵੀ ਦਿਨ ਢਿੱਲ ਨਾ ਕਰ। ਅੱਜ ਦੇ ਅੱਜ ਹੀ ਪ੍ਰਭੂ ਦੀ ਨਾਮ ਬੰਦਗੀ ਕਰ। ਮਤ ਮਨ ਜਾਣੈ ਕੱਲ, ਨਿਰੰਕਾਰ ਕੈ ਦੇਸ ਜਾਹੇ, ਤਾਂ ਸੁਖ ਲਹੈ ਮਹਲ। ਜਿਸ ਤਰ੍ਹਾਂ ਵਪਾਰੀ ਬਾਹਰ ਜਾਂਦਾ ਵਪਾਰ ਕਰਨ, ਇਸ ਤਰ੍ਹਾਂ ਸੁਰਤ ਨਿਰੰਕਾਰ ਦੇ ਦੇਸ਼ ਲੈ ਕੇ ਜਾਏ ਤੇ ਫਿਰ ਬਹੁਤ ਸੁੱਖਾਂ ਨੂੰ ਕਮਾਏਗਾ ਜੀ। ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ। ਬਨ ਬਧਿਆ ਕਰ ਧਾਵਣੀ, ਤਾਕੋ ਆਖੈ ਧਨ। ਨਾਨਕ ਵੇਖੈ ਨਦਰ ਕਰ, ਚੜੈ ਚਵਗਣ ਵਨ। ਹੁਣ ਹੋ ਗਈ ਜੀ ਨੌਕਰੀ ਆ ਗਈ ਜੀ। ਚੌਥੇ ਤਰ੍ਹਾਂ ਦੀ ਕਿਰਤ। ਜੇ ਨੌਕਰੀ ਕਰਨੀ ਹੈ, ਲਾਏ ਚਿੱਤ ਕਰ ਚਾਕਰੀ। ਹੁਣ ਸਾਡਾ ਇੱਕ ਬਿਲਕੁਲ ਸਿੱਧਾ ਜਿਹਾ ਗੱਲ ਅਸੀਂ ਫੁਰਦੇ ਹਾਂ ਕਿ ਕਿਆ ਨੌਕਰੀ ਤੋਂ ਕਿਆ ਨਖਰਾ। ਨੌਕਰੀ ਕੀ ਤੇ ਨਖਰਾ ਕੀ। ਨੌਕਰੀ ਵਾਲਾ ਬੰਦਾ ਭਾਵੇਂ ਬਿਮਾਰ ਹੋਏ, 1-2 ਦਿਨ ਤੋਂ ਵੱਧ ਨਹੀਂ ਛੁੱਟੀ ਲੈ ਸਕਦਾ। ਤੀਜੇ ਦਿਨ ਉਹਨੂੰ ਜਾਣਾ ਹੀ ਪੈਂਦਾ, ਉਹਨੂੰ ਕਰਨਾ ਹੀ ਪੈਂਦਾ। ਕੋਈ ਨਖਰਾ ਨਹੀਂ, ਉਹਨੂੰ ਹਾਂ ਹਜ਼ੂਰ ਕਰਨੀ ਪੈਂਦੀ ਹੈ। ਨੌਕਰੀ ਦਾ ਹਸੂਲ ਇਹ ਹੈ। ਇੱਥੇ ਆ ਕੇ ਜਿਹੜੀ ਚਾਕਰੀ ਕਰਨੀ ਹੈ ਨਾ, ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਪਾਏ। ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ। ਮਨ ਨੂੰ ਪ੍ਰਭੂ ਦੇ ਨਾਮ ਦਾ ਕੰਮ ਕਰਵਾ। ਬਨ ਬੱਦੀਆਂ ਕਰ ਧਾਵਣੀ। ਬਨ ਕਹਿੰਦੇ ਬੰਨ ਲਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬਨ ਬੱਦੀਆਂ। ਬੱਦੀਆਂ ਕਹਿੰਦੇ ਆ ਬੁਰਾਈਆਂ, ਬੁਰਾਈਆਂ ਨੂੰ ਰੋਕਦੇ ਕਰ ਧਾਵਣੀ। ਆਪਣੇ ਸਰੀਰ ਨੂੰ ਬਚਾ ਲੈ। ਤਾਕੋ ਆਖੈ ਧਨ, ਉਹੀ ਸਭ ਤੋਂ ਵੱਡਾ ਚਾਕਰ ਹੈ। ਨਾਨਕ ਵੇਖੈ ਨਦਰ ਕਰ, ਚੜ੍ਹੈ ਚਵਗਨ ਵਨ। ਜਿਹੜਾ ਇਸ ਰੂਪ 'ਚ ਚਾਕਰੀ ਕਰੇਗਾ, ਗੁਰੂ ਨਾਨਕ ਸਾਹਿਬ ਕਹਿੰਦੇ ਉਹਦੇ ਤੇ ਪ੍ਰਭੂ ਦੀ ਨਦਰ ਹੋਏਗੀ,
ਉਹਦੇ ਜੀਵਨ ਵਿੱਚ ਚੜ੍ਹੈ ਚਵਗਨ ਵਨ, ਉਹਦੇ ਕਾਰਜ ਨੂੰ ਮਾਲਕ ਸਾ ਲਾਏਗਾ। ਹੁਣ ਇਹ 4 ਤਰ੍ਹਾਂ ਦੇ ਕਿਰਤਾਂ ਦਾ ਜ਼ਿਕਰ ਹੈ ਜੀ। ਖੇਤੀਬਾੜੀ ਹੈ, ਵਪਾਰ ਹੈ, ਇਸ ਤੋਂ ਬਾਅਦ ਜਿਹੜੀ ਆਪਾਂ ਦੁਕਾਨਦਾਰੀ, ਤੇ ਚੌਥੀ ਨੌਕਰੀ ਹੈ। ਸਤਿਗੁਰ ਜੀ ਕਹਿੰਦੇ ਆ ਧਰਮ ਨੂੰ ਧੰਦਾ ਨਾ ਬਣਾਓ, ਧੰਦੇ ਨੂੰ ਧਰਮ ਬਣਾ ਲਓ। ਇਹ ਸ਼ਬਦ ਇਹੀ ਹੈ ਕਿ ਜਿਸ ਤਰ੍ਹਾਂ ਕਾਰੋਬਾਰ ਕਰਨ ਲਈ ਕੱਲ੍ਹ ਦਾ ਬੰਦਾ ਅੱਜ ਨੂੰ ਕਰਨ ਨੂੰ ਤਿਆਰ ਹੁੰਦਾ ਹੈ। ਦੁਕਾਨ ਇੱਕ ਦਿਨ ਬੰਦ ਕੀਤੀ ਤੇ ਰੋਜ਼ ਨਹੀਂ ਬੰਦ ਕੀਤੀ ਜਾ ਸਕਦੀ, ਮਨ ਮਾਰ ਕੇ ਦੁਕਾਨ ਤੇ ਬਹਿਣਾ ਪੈਂਦਾ ਹੈ। ਖੇਤੀਬਾੜੀ ਵੀ ਕਰਨੀ ਪੈਂਦੀ ਹੈ। ਨੌਕਰੀ ਚਾਕਰੀ ਲਈ ਨਖਰਾ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਜਿੰਨਾ ਜ਼ੋਰ ਅਸੀਂ ਬਾਹਰ ਦੀ ਕਿਰਤ ਤੇ ਲਾਉਂਦੇ ਹਾਂ, ਇੱਕ ਵਾਰੀ ਪ੍ਰਭੂ ਦੇ ਨਾਮ ਦੀ ਬੰਦਗੀ 'ਚ ਇੰਨਾ ਜ਼ੋਰ ਲਾ ਦਈਏ, ਸਤਿਗੁਰੂ ਜੀ ਕਹਿੰਦੇ ਅੰਦਰ ਨਾਮ ਦਾ ਬੀਜ ਪ੍ਰਗਟ ਹੋ ਜਾਏਗਾ ਜੀ। ਸੋਰਠ ਮਹਿਲਾ ਪਹਿਲਾ ਚੌਤੁਕੇ, माए बाप को बेटा निका, ससुरै चतुर जवाई, बाल कन्या कौ बाप प्यारा, ਭਾਈ ਕਉ ਅਤ ਭਾਈ। ਹੁਣ ਜੀ ਰਿਸ਼ਤੇਦਾਰੀਆਂ ਦਾ ਜ਼ਿਕਰ ਆ ਗਿਆ, ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਅੱਜ ਦੇ ਸ਼ਬਦ ਦਾ ਪਰਪੇਖ ਕਿ ਸਾਰਿਆਂ ਨੇ ਹੀ ਜਾਣਾ, ਵਿਛੋੜਾ ਸਭ ਨੂੰ ਪੈਣਾ। ਸੋਰਠ ਮਹੱਲਾ ਪਹਿਲਾ। ਮਹੱਲਾ ਦਾ ਧਿਆਨ ਨਾਲ ਦੇਖੋ, ਮਾਂ ਦੇ ਅੱਗੇ 2 ਬਿੰਦੀਆਂ, ਇਹ ਸੰਸਕ੍ਰਿਤ ਦੇ ਹਰਫ ਨੇ, ਇਹ ਪਏ ਹੋਏ ਨੇ ਜੀ। ਇਹਨੂੰ ਮਹੱਲਾ ਹੀ ਕਹਿੰਦੇ, ਹਾਹਾ ਰੂਪ ਦੇ ਵਿੱਚ ਇਹ ਉਚਾਰਨ ਹੈ ਇਹਦਾ। ਚੌਤੁਕਿਆਂ ਦਾ ਸ਼ਬਦ ਹੈ, ਚੌਤੁਕੇ। ਮਾਏ ਬਾਪ ਕੋ ਬੇਟਾ ਨਿਕ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਸਮਝਾਉਂਦੇ ਆ ਕਿ ਜੋ ਮੈਨੂੰ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ ਤੇ ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ। ਕਦੇ ਉਹ ਪੁੱਤਰ ਧੀ ਵਾਸਤੇ ਪਿਆਰਾ ਪਿਓ ਸੀ ਅਤੇ ਭਰਾ ਦਾ ਬੜਾ ਹੀ ਸਨੇਹੀ ਭਰਾ ਸੀ। ਭਾਵ ਕਿ ਕਦੀ ਕੋਈ ਕੁਝ ਸੀ ਰਿਸ਼ਤਿਆਂ ਦੇ ਵਿੱਚ ਨਿਭ ਰਿਹਾ ਸੀ। ਪਰ ਅੰਤ ਕਾਲ ਦਾ ਜਿਹੜਾ ਸੱਚ ਹੈ, ਸਤਿਗੁਰੂ ਜੀ ਉਹ ਅੱਗੇ ਸਮਝਾਉਂਦੇ ਨੇ ਜੀ। ਹੁਕਮ ਭਇਆ ਬਾਹਰ ਘਰ ਛੋੜਿਆ, ਖਿਨ ਮੈਂ ਭਈ ਪਰਾਈ, ਨਾਮ ਦਾਨ ਇਸ਼ਨਾਨ ਨਾ ਮਨ ਮੁਖ, ਤਿਤ ਤਨ ਧੂੜ ਤੁਮਾਈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਹੀ ਸਮਝਾਉਂਦੇ ਨੇ ਕਿ ਭਾਵੇਂ ਉਹ ਕਦੀ ਪੁੱਤਰ ਸੀ, ਕਦੀ ਕਿਸੇ ਦਾ ਪਿਓ ਸੀ, ਕਦੀ ਜਵਾਈ ਹੈ, ਇੱਕੋ ਇਨਸਾਨ ਕਈ ਰਿਸ਼ਤੇ ਨਿਭਾਉਂਦਾ ਹੈ। ਪਰ ਅਸਲ ਦੇ ਵਿੱਚ ਜਦੋਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਤਾਂ ਉਸੀ ਮਨੁੱਖ ਨੇ ਘਰ-ਬਾਰ ਸਭ ਕੁਝ ਛੱਡ ਕੇ ਇਸ ਜਹਾਨ ਤੋਂ ਇੱਕ ਪਲਕ ਦੇ ਵਿੱਚ ਸਭ ਕੁਝ ਓਪਰਾ ਕਰਕੇ ਜਾਣਾ ਹੁੰਦਾ ਹੈ। ਇਹ ਜ਼ਿੰਦਗੀ ਦਾ ਸੱਚ ਹੈ। ਤੇ ਸਤਿਗੁਰੂ ਜੀ ਕਹਿੰਦੇ ਨਾਮ ਦਾਨ ਇਸ਼ਨਾਨ ਨਾ ਮਨਮੁਖ, ਤਿਤ ਤਨ ਧੂੜ ਤੁਮਾਈ। ਪਰ ਜੇ ਮਨੁੱਖ ਨੇ ਕੱਲੀਆਂ ਰਿਸ਼ਤੇਦਾਰੀਆਂ ਨਿਭਾਈਆਂ ਨੇ, ਪਰ ਉਹਨੇ ਸੱਚੀ ਮੁੱਚੀ ਪ੍ਰਭੂ ਦਾ ਨਾਮ ਨਹੀਂ ਧਿਆਇਆ, ਆਪਣੇ ਮਨ ਪਿੱਛੇ ਹੀ ਤੁਰਨ ਵਾਲੇ ਬੰਦੇ ਨਾ ਨਾਮ ਜਪਦੇ ਨੇ, ਨਾ ਸੇਵਾ ਕਰਦੇ ਨੇ, ਨਾ ਕੁਛ ਆਪਣਾ ਪਵਿੱਤਰ ਆਚਰਨ ਬਣਾਉਂਦੇ ਨੇ, ਉਹ ਇਸ ਸਰੀਰ ਦੀ ਰਾਹੀਂ ਖੁਆਰੀ ਹੀ ਕਰਦੇ ਰਹਿੰਦੇ ਨੇ ਤੇ ਇੱਥੋਂ ਬਿਲਕੁਲ ਖਾਲੀ ਹੱਥ ਤੁਰਦੇ ਨੇ ਜੀ। ਮਨ ਮਾਨਿਆ ਨਾਮ ਸਖਾਈ, ਪਾਏ ਪਰੋਂ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ। ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਪਤੀਜਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ, ਵਾਹਿਗੁਰੂ ਜੀ ਦੇ ਨਾਮ ਨੂੰ ਅਸਲ ਹੀ ਆਪਣੇ ਜੀਵਨ ਦਾ ਸੱਚ ਸਮਝਦਾ, ਜੀਵਨ ਦਾ ਸਖਾ ਸਮਝਦਾ, ਜੀਵਨ ਦਾ ਮਿੱਤਰ ਸਮਝਦਾ। ਪਾਏ ਪਰੋਂ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ। ਰਹਾਉ। ਰਹਾਉ ਦੀ ਤੁਕਾਂ 'ਚ ਸਾਹਿਬ ਜੀ ਕਹਿੰਦੇ ਕਿ ਮੈਂ ਉਸ ਪ੍ਰਭੂ ਤੋਂ, ਸਤਿਗੁਰ ਤੋਂ ਕੁਰਬਾਨ ਜਾਵਾਂ ਕਿ ਸਤਿਗੁਰ ਦੀ ਕਿਰਪਾ ਦੇ ਨਾਲ ਹੀ ਮੈਂ ਇਹ ਬੂਝ, ਇਹ ਸਮਝ ਲਈ ਹੈ ਕਿ ਜੀਵਨ ਇੱਥੇ ਕੁਝ ਚਿਰਾਂ ਦੀ ਖੇਡ ਹੈ ਅਤੇ ਮਨੁੱਖ ਨੂੰ ਇੱਥੋਂ ਜਾਣਾ ਪੈਂਦਾ। ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ, ਗੁਰੂ ਤੋਂ ਸਦਕੇ ਜਾਂਦਾ ਹਾਂ। ਗੁਰੂ ਨੇ ਜਿਹੜੀ ਇਹ ਸੱਚੀ ਮੱਤ ਦਿੱਤੀ ਹੈ ਜੀ, ਜਗ ਸਿਉ ਝੂਠ ਪ੍ਰੀਤ ਮਨ ਬੇਦਿਆ, ਜਨ ਸਿਉ ਬਾਦ ਰਚਾਈ, ਮਾਇਆ ਮਗਨ ਅਹਨਿਸ ਮਗ ਜੋ ਹੈ, ਨਾਮ ਨਾ ਲਵੈ ਮਰੈ ਬਿਖ ਖਾਈ। ਜਗ ਸਿਉ ਝੂਠ ਪ੍ਰੀਤ ਮਨ ਬੇਦਿਆ। ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿੱਚ ਪਰੋਇਆ ਰਹਿੰਦਾ ਹੈ। ਉਹਨੂੰ ਇਹ ਜੀਵਨ ਦਾ ਪਿਆਰ ਸੱਚਾ ਭਾਸਦਾ, ਪਰ ਇਹ ਅਸਲ ਦੇ ਵਿੱਚ ਝੂਠ ਹੀ ਹੈ। ਇਹ ਤਾਂ ਬਾਦਰ ਛਾਈ ਹੈ, ਬਸ ਇੱਕ ਤਰ੍ਹਾਂ ਦਾ ਬੱਦਲਾਂ ਦਾ ਧੂਆਂ, ਜਿਹਦੇ ਹੱਥ ਪੱਲੇ ਕੁਛ ਨਹੀਂ ਹੁੰਦਾ। ਅਤੇ ਸਾਹਿਬ ਜੀ ਕਹਿੰਦੇ ਸੰਤ ਜਨਾਂ ਨਾਲ ਬੰਦਗੀ ਕਰਨ ਨਾਲ ਉਹ ਝਗੜਾ ਖੜਾ ਕਰ ਲੈਂਦਾ। ਕਹਿੰਦੇ ਉਹਨੇ ਜਨ ਸਿਉ ਬਾਦ ਰਚਾਈ। ਜਿਹੜੇ ਬੰਦਗੀ ਕਰਨ ਵਾਲੇ ਨੇ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ,
ਅੱਗੇ ਪਿੱਛੇ ਸੁਖ ਨਹੀਂ, ਮਰ ਜੰਮਹਿ ਵਾਰੋ ਵਾਰ। ਉਹਨਾਂ ਨੂੰ ਫਿਰ ਸੁੱਖ ਨਹੀਂ ਮਿਲਦਾ। ਮਾਇਆ ਮਗਨ ਅਹਨਿਸ, ਮਗ ਜੋ ਹੈ, ਮਗ ਦਾ ਮਤਲਬ ਹੈ ਕਿ ਜਿਹੜਾ ਰਸਤਾ ਹੈ, ਜੋ ਹੈ ਦਾ ਮਤਲਬ ਉਹ ਤੱਕਦਾ ਹੈ ਕਿ ਮਾਇਆ ਦੇ ਮੋਹ ਵਿੱਚ ਮਸਤ ਉਹ ਦਿਨ ਰਾਤ ਮਾਇਆ ਦੇ ਰਾਤ ਹੀ ਤੁਰਦਾ ਰਹਿੰਦਾ ਹੈ। ਤੇ ਸਾਹਿਬ ਜੀ ਅੱਗੇ ਕਹਿੰਦੇ ਨਾਮ ਨਾ ਲਵੈ, ਮਰੈ ਬਿਖ ਖਾਈ। ਪਰ ਇਸ ਤਰ੍ਹਾਂ ਮਾਇਆ ਦੇ ਮੋਹ ਦੇ ਜ਼ਹਿਰ ਖਾ ਖਾ ਕੇ ਉਹ ਆਤਮਕ ਮੋਹ ਮਰ ਜਾਂਦਾ ਹੈ, ਮੌਤ ਮਰ ਜਾਂਦਾ ਹੈ, ਪਰ ਪ੍ਰਭੂ ਦਾ ਨਾਮ ਨਹੀਂ ਜਪਦਾ ਜੀ। ਗੰਦਨ ਬੈਣ ਰੱਤਾ ਹਿਤਕਾਰੀ, ਸ਼ਬਦੈ ਸੁਰਤ ਨਾ ਆਈ। ਰੰਗ ਨਾ ਰਾਤਾ ਰਸ ਨਹੀਂ ਬੇਦਿਆ, ਮਨਮੁਖ ਪਤ ਗਵਾਈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੈ, ਸਾਰੀ ਉਮਰ ਗੰਦਣ ਵੈਣੀ ਸੁਣੇ ਪਰ ਪ੍ਰਭੂ ਦੀ ਸੱਚੀ ਬਾਣੀ ਨਹੀਂ ਸੁਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੰਦੇ ਗੀਤ ਸੁਣੇ, ਹਲਕੇ ਗਾਣੇ ਸੁਣੇ, ਇਹਨੂੰ ਗੰਦਣ ਵੈਣ ਕਿਹਾ, ਇਹਨੂੰ ਕਿਹਾ ਗੰਦੇ ਬੋਲ। ਉਹ ਗੰਦੇ ਗੀਤਾਂ, ਗੰਦੇ ਗੱਲਾਂ ਬਾਤਾਂ ਦੇ ਵਿੱਚ, ਗਾਲੀਆਂ ਹੋਛੀਆਂ ਵਿੱਚ ਹੀ ਮਸਤ ਰਹਿੰਦਾ, ਗੰਦੇ ਗੀਤ ਨਾਲ ਹੀ ਹਿੱਤ ਕਰਦਾ। ਵਾਹਿਗੁਰੂ ਜੀ ਦੀ ਸਿਫਤ ਸਲਾਹ ਵਾਲੀ ਬਾਣੀ ਵਿੱਚ ਉਸ ਦੀ ਸੁਰਤ ਕਦੀ ਨਹੀਂ ਲੱਗਦੀ। ਸਾਹਿਬ ਜੀ ਕਹਿੰਦੇ ਸ਼ਬਦੈ ਸੁਰਤ ਨਾ ਆਈ, ਰੰਗ ਨਾ ਰਾਤਾ ਰਸ ਨਹੀਂ ਬੇਦਿਆ। ਕਦੀ ਪ੍ਰਭੂ ਦੇ ਰੰਗ 'ਚ ਰਤਿਆ ਹੀ ਨਹੀਂ, ਉਹਨੇ ਰਸ ਮਾਣਿਆ ਹੀ ਨਹੀਂ, ਕਦੀ ਭੌਰਾ ਬਣ ਕੇ ਆਇਆ ਹੀ ਨਹੀਂ। ਮਨਮੁਖ ਪੱਤ ਗਵਾਈ, ਉਹਨੇ ਸਿਰਫ ਇੱਥੋਂ ਆਪਣੀ ਇੱਜ਼ਤ ਗਵਾ ਕੇ ਹੀ ਆਪਣੀ ਉਮਰ ਬੇਈਮਾਨੀ ਦੇ ਵਿੱਚ ਹੀ ਭੋਗ ਕੇ ਇੱਥੋਂ ਸਤਿਗੁਰ ਜੀ ਕਹਿੰਦੇ ਇਹ ਜਗਤ ਛੱਡ ਕੇ ਚਲਾ ਗਿਆ ਜੀ। ਸਾਧ ਸਭਾ ਮਹਿ ਸਹਿਜ ਨਾ ਚਾਖਿਆ, ਜਿਹਬਾ ਰਸ ਨਹੀਂ ਰਾਈ। ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ। ਸਾਹਿਬ ਜੀ ਕਹਿੰਦੇ ਸਾਧ ਸੰਗਤ ਵਿੱਚ ਜਾ ਕੇ ਮਨੁੱਖ ਆਤਮਕ ਡੋਲਦਾ ਦਾ ਆਨੰਦ ਕਦੇ ਨਹੀਂ ਮਾਣਦਾ। ਸਾਧ ਸਭਾ ਮੈਂ ਸਹਿਜ ਨਾ ਚਾਖਿਆ, ਸਹਿਜ ਨਹੀਂ ਚਖਿਆ। ਤੇ ਸਾਹਿਬ ਜੀ ਕਹਿੰਦੇ ਅੰਦਰ ਦੀ ਤ੍ਰਿਸ਼ਨਾ ਉਨਾ ਚਿਰ ਤੱਕ ਨਹੀਂ ਬੁਝਦੀ ਜਦ ਤੱਕ ਇਹ ਨਾਮ ਦਾ ਸਹਿਜ ਰਸ ਨਾ ਚਖਿਆ ਜਾਏ। ਜੇਬਾ ਰਸ ਨਾ ਰਾਈ, ਰਾਈ ਕਹਿੰਦੇ ਰੱਤਾ ਭਰ ਵੀ ਉਹਦੇ ਜ਼ੁਬਾਨ ਦੇ ਉੱਤੇ ਪ੍ਰਭੂ ਦਾ ਨਾਮ ਨਹੀਂ ਆਇਆ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕਹਿੰਦੇ ਜੀਵਨ ਦੀ ਤ੍ਰਿਸ਼ਨਾ ਦੀ ਪਿਆਸ ਨਹੀਂ ਗਈ। ਮਨ ਤਨ ਧਨ ਆਪਣਾ ਕਰ ਜਾਣਿਆ, ਜੋ ਬੇਗਾਨਾ ਸੀ ਉਹ ਆਪਣਾ ਮੰਨ ਲਿਆ, ਤੇ ਜਿਹੜਾ ਨਾਮ ਸੱਚੀ ਮੁੱਚੀ ਆਪਣਾ ਸੀ ਉਹ ਬੇਗਾਨਾ ਸਮਝੀ ਬੈਠਿਆ। ਡਰ ਕੀ ਖਬਰ ਨਾ ਪਾਈ, ਉਹਨੂੰ ਸੱਚੇ ਦਰ ਦੀ ਖਬਰ ਸੂਝ ਨਹੀਂ ਪ੍ਰਾਪਤ ਹੋਈ। ਅੱਖੀਂ ਮੀਟ ਚਲਿਆ ਅੰਧਿਆਰਾ, ਘਰ ਦਰ ਦਿਸੈ ਨਾ ਭਾਈ। ਜਮ ਦਰ ਬਾਦਾ ਠੌਰ ਨਾ ਪਾਵੈ, ਆਪਣਾ ਕੀਆ ਕਮਾਈ। ਸਾਹਿਬ ਜੀ ਕਹਿੰਦੇ ਉਹ ਆਤਮਕ ਸੂਝ ਤੋਂ ਅੰਨਾ ਇਸ ਜੀਵਨ ਸਫ਼ਰ ਵਿੱਚ ਅੱਖਾਂ ਮੀਟ ਕੇ ਹੀ ਇੱਥੋਂ ਤੁਰਦਿਆ। ਜਿਉਂਦੇ ਜੀ ਵੀ ਉਹਨੇ ਆਪਣੀ ਬੌਧਿਕ ਰੂਪ ਦੀਆਂ ਅੰਦਰ ਦੇ ਜਿਹੜੇ ਵਿਵੇਕ ਗਿਆਨ ਦੀਆਂ ਅੱਖਾਂ ਮੀਟੀਆਂ ਹੀ ਰੱਖੀਆਂ, ਅਤੇ ਅੰਤ ਵੇਰੀ ਵੀ ਉਹ ਅੱਖਾਂ ਮੀਟ ਕੇ ਅੰਧਿਆਰੇ ਦੇ ਵਿੱਚ ਚਲਾ ਗਿਆ। ਦਰ ਘਰ ਦਰ ਦਿਸੈ ਨਾ ਭਾਈ, ਉਹਨੂੰ ਨਾ ਪ੍ਰਮਾਤਮਾ ਦਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਚੇਤਾ ਨਹੀਂ ਆਇਆ। ਨਾ ਉਹਨੂੰ ਘਰ ਦੀ ਸੂਝ ਆਈ, ਨਾ ਉਹਨੂੰ ਦਰ ਦੀ ਸੂਝ ਆਈ। ਸਾਹਿਬ ਜੀ ਕਹਿੰਦੇ ਜਮ ਦਰਬਾਦਾ ਠੌਰ ਨਾ ਪਾਵੈ, ਆਪਣਾ ਕੀਆ ਕਮਾਈ। ਆਖਰ ਆਪਣੇ ਕੀਤੇ ਦਾ ਇਹ ਨਫਾ ਖੱਟਦਾ ਕਿ ਜਮਰਾਜ ਦੇ ਬੂਹੇ 'ਤੇ ਵੱਜਾ ਹੋਇਆ ਝੋਟਾ ਖਾਂਦਾ ਹੈ। ਉਹ ਇਹ ਸਜ਼ਾ ਤੋਂ ਬਚਣ ਲਈ ਉਹ ਕੋਈ ਸਹਾਰਾ ਨਹੀਂ ਲੱਭ ਸਕਦਾ। ਉਹਨੂੰ ਕੋਈ ਸਹਾਰਾ ਨਹੀਂ, ਸਹਾਰਾ ਤਾਂ ਇੱਕ ਨਾਮ ਦਾ ਸੀ ਜਿਹੜਾ ਉਹਨੇ ਛੱਡ ਦਿੱਤਾ। ਸੋ ਸਤਿਗੁਰੂ ਜੀ ਅੱਗੇ ਇਹੀ ਸਮਝਾਉਂਦੇ ਹੈ ਨਾ, ਗੁਰੂ ਤੇਗ ਬਹਾਦਰ ਸਾਹਿਬ ਇਹੀ ਸਮਝਾਉਂਦੇ ਆ, ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮੰਨ ਲੈ ਮੇਰੋ। ਇਸ ਗੱਲ ਨੂੰ ਸਮਝੋ, ਸਤਿਗੁਰੂ ਜੀ ਨੇ ਇਹੀ ਸਮਝਾਇਆ ਕਿ ਤੇ ਆਪਣਾ ਦੋਸ਼ ਕਿਹਨੂੰ ਦੇਣਾ ਜੀ। ਨਦਰ ਕਰੇ ਤਾਂ ਅੱਖੀਂ ਵੇਖਾਂ, ਕਹਿਣਾ ਕਥਨ ਨਾ ਜਾਈ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਜਿਹੜੇ ਨੇ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਨੂੰ ਨਹੀਂ ਦਿਸਦਾ ਇਹ ਰਸਤਾ। ਉਹ ਕਹਿੰਦੇ ਲੈ ਕੁਛ ਵੀ ਨਹੀਂ ਹੁੰਦਾ, ਐਵੇਂ ਝੂਠ ਹੈ, ਕੀ ਹੁੰਦਾ ਮਰਨ ਤੋਂ ਬਾਅਦ, ਕਿੰਨੇ ਦੇਖਿਆ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਜਾਗ ਜਾਂਦੇ ਨਾ, ਜਿਹੜੇ ਜਾਗ ਜਾਂਦੇ ਉਹ ਦੇਖ ਲੈਂਦੇ ਸਭ ਕੁਛ। ਇਹ ਹੈ ਨਦਰ ਕਰੇ ਤਾਂ ਅੱਖੀਂ ਵੇਖਾਂ। ਜੇ ਸਤਿਗੁਰ ਜਗਾ ਦੇ ਤੇ ਸਭ ਕੁਛ ਦਿਸਦਾ, ਫਿਰ ਸਭ ਦਿਸਦਾ ਜੀ। ਸਤਿਗੁਰ ਕਹਿੰਦੇ ਕਹਿਣਾ ਕਥਨ ਨਾ ਜਾਈ, ਦੱਸਿਆ ਨਹੀਂ ਜਾ ਸਕਦਾ। ਫਿਰ ਬਸ ਉਹ ਨਹੀਂ ਦੱਸਿਆ ਜਾ ਸਕਦਾ, ਉਹ ਬਿਲਕੁਲ ਬਿਆਨ ਤੋਂ ਪਰਾਂ ਹੈ, ਉਹਨੂੰ ਕੌਣ ਕੀ ਦੱਸੇਗਾ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਬਸ ਉਹ ਗੁਰੂ ਕਾ ਸਿੱਖ
ਕੰਨਾਂ ਤੋਂ ਗੁਰੂ ਦਾ ਸ਼ਬਦ ਸੁਣ ਸੁਣ ਕੇ ਅੰਦਰ ਸਿਫਤ ਸਲਾਹ 'ਚ ਜੁੜ ਜਾਂਦਾ ਹੈ। ਅੰਮ੍ਰਿਤ ਹਿਰਦੈ ਵਸਾਈ, ਪ੍ਰਭੂ ਦੇ ਸ਼ਬਦ ਨਾਮ ਨੂੰ ਅੰਮ੍ਰਿਤ ਨੂੰ ਹਿਰਦੇ 'ਚ ਵਸਾਉਂਦਾ ਹੈ ਜੀ। ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਵਿਣ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਵਾਹ ਵਾਹ, ਸਭ ਕੁਛ ਆ ਗਿਆ ਜੀ। ਨਿਰਭਉ ਨਿਰੰਕਾਰ ਨਿਰਵੈਰ, ਮੂਲ ਮੰਤਰ ਦਾ ਸਾਰਾ ਨਿਚੋੜ ਇੱਕ ਤੁਕ ਦੇ ਵਿੱਚ ਹੈ। ਪੂਰਨ ਜੋਤ ਸਮਾਈ, ਸਾਰਿਆਂ ਦੇ ਵਿੱਚ ਉਹ ਸਮਾਇਆ ਹੋਇਆ। ਜੇ ਗੁਰੂ ਆਪ ਹੀ ਨਦਰ ਕਰਨਗੇ ਨਾ ਤਾਂ ਇਹ ਜਨਮ ਤੇ ਮਰਨ ਦਾ ਭਰਮ ਹਟੇਗਾ। ਕੀ ਹੈ? ਨਾਨਕ ਗੁਰ ਵਿਣ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਇਹ ਭਰਮ ਤੇ ਸੱਚੇ ਨਾਮ ਦੀ ਵਡਿਆਈ ਵਿੱਚੋਂ ਹੀ ਸਮਝ ਆਉਂਦਾ ਹੈ ਜੀ। ਸੂਰਠ ਮਹਿਲਾ ਪਹਿਲਾ ਦੁਤੁਕੇ, ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰੇ ਟਕਸਾਲਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਹ ਦੁਤੁਕੇ ਦਾ ਸ਼ਬਦ ਸ਼ੁਰੂ ਹੋਇਆ ਜੀ। ਸੂਰਠ ਮਹੱਲਾ ਪਹਿਲਾ ਦੁਤੁਕੇ। ਸਤਿਗੁਰੂ ਜੀ ਕਹਿੰਦੇ ਤੁਸੀਂ ਇੱਕ ਗਲਾਸ ਦੇ ਵਿੱਚ ਪਾਣੀ ਲਓ ਤੇ ਉਹਦੇ ਵਿੱਚ ਮਿੱਟੀ ਪਾ ਦਿਓ, ਕਹਿੰਦੇ ਘੁਲ ਜਾਣਗੇ ਦੋਨੋਂ। ਪਰ ਤੁਸੀਂ ਰੱਬ ਦੀ ਕੁਦਰਤ ਦੇਖੋ, ਮਿੱਟੀ ਤੇ ਪਾਣੀ ਕਹਿੰਦੇ ਘੁਲਦੇ ਨਹੀਂ। ਕਹਿੰਦੇ 70% ਪਾਣੀ ਹੈ ਧਰਤੀ ਤੇ ਬਾਕੀ 30% ਮਿੱਟੀ ਹੈ, ਘੁਲਦਾ ਨਹੀਂ। ਕਹਿੰਦੇ ਕਿਵੇਂ ਟਿਕਿਆ ਹੋਇਆ? ਜਿਹਨੂੰ ਆਪਾਂ ਅੰਗਰੇਜ਼ੀ 'ਚ ਗ੍ਰੈਵੀਟੇਸ਼ਨ ਕਹਿ ਦਿੰਦੇ ਆ ਨਾ, ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਗ੍ਰੈਵੀਟੇਸ਼ਨਲ ਫੋਰਸ ਹੀ ਰੱਬ ਦੀ ਤਾਕਤ ਹੈ। ਇਹ ਸ਼ਬਦ ਦੇ ਵਿੱਚ ਕਹਿੰਦੇ ਆਹ ਜਿਹੜੀ ਜਿਹਨੂੰ ਆਪਾਂ ਗ੍ਰੈਵੀਟੇਸ਼ਨਲ ਕਹਿੰਦੇ, ਇਹ ਖਿੱਚ ਜਿਹੜੀ ਹੈ ਨਾ, ਇਹੀ ਤਾਕਤ ਹੈ ਉਸ ਪ੍ਰਭੂ ਦੀ। ਇੰਨੇ ਹੀ ਸਾਰੀ ਸ੍ਰਿਸ਼ਟੀ ਗ੍ਰੈਵੀਟੇਸ਼ਨਲ, ਇਸ ਗ੍ਰੈਵੀਟੇਸ਼ਨਲ ਕਰਕੇ ਹੀ ਚੰਦਰਮਾ ਸੈਟੇਲਾਈਟ ਹੈ, ਧਰਤੀ ਦੇ ਗੇੜੇ ਕੱਟ ਰਿਹਾ, ਧਰਤੀ ਸੂਰਜ ਦੇ ਗੇੜੇ ਕੱਟ ਰਹੀ ਹੈ। ਬਾਕੀ ਇਹ ਸਾਰਾ ਇਹ ਪਸਾਰਾ ਹੈ ਜਿਹਨੂੰ ਆਪਾਂ ਸੋਲਰ ਸਿਸਟਮ ਸਾਰਾ ਕਹਿੰਦੇ ਹਾਂ। ਇਸ ਸਤਿਗੁਰੂ ਜੀ ਦੀ ਸ਼ਬਦ ਦੇ ਵਿੱਚ ਬੜੀ ਵੱਡੀ ਪੁੜ ਧਰਤੀ। ਪੁੜ ਵੈਸੇ ਚੱਕੀ ਦੇ ਪੁੜ ਹੁੰਦੇ ਨੇ, ਇੱਕ ਪੁੜ ਉਹਦੇ ਉੱਤੇ ਦੂਸਰਾ ਪੁੜ ਰੱਖ ਦਿੱਤਾ, ਫਿਰ ਉੱਥੋਂ ਵਿਚਕਾਰੋਂ ਕਣਕ ਦੇ ਦਾਣੇ। ਸਤਿਗੁਰੂ ਜੀ ਨੇ ਧਰਤੀ ਬਣਾਈ, ਉਹਦੇ ਵਿੱਚ ਪਾਣੀ ਪਾ ਦਿੱਤਾ, ਪਰ ਰਲਣ ਨਹੀਂ ਦਿੱਤਾ। ਪੁੜ ਧਰਤੀ ਪੁਣ ਪਾਣੀ ਆਸਨ, ਅੱਗੇ ਕਹਿੰਦੇ 4 ਕੁੰਟ ਚੌਬਾਰਾ, ਤੇ ਇਸ ਧਰਤੀ ਨੂੰ 4 ਕੁੰਡਾਂ ਤੋਂ ਖੁੱਲਾ ਕਰ ਦਿੱਤਾ। ਇਹੀ ਸਤਿਗੁਰ ਦਾ ਚੁਬਾਰਾ ਹੈ, ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਅਸਮਾਨ ਤੇ ਧਰਤੀ ਨੂੰ ਵੇਖੀਏ, ਇੱਕ ਥਾਂ ਤੇ ਲੱਗਦਾ ਕਿ ਮਿਲ ਗਿਆ, ਕਿ ਦੋਨੋਂ ਮਿਲ ਰਹੀਆਂ ਨੇ। ਇਸ ਰੂਪ ਨੂੰ ਚੁਬਾਰਾ ਕਿਹਾ ਕਿ ਚਾਰੋਂ ਤਰਫ ਜਿੱਥੇ ਮਰਜੀ ਤੁਸੀਂ ਅਸਮਾਨ ਤੇ ਧਰਤੀ ਨੂੰ ਨਜ਼ਰ ਮਾਰ ਲਿਓ, ਤੁਹਾਨੂੰ ਚਾਰੋਂ ਤਰਫ ਚੁਬਾਰਾ ਹੀ ਦਿਸੇਗਾ, ਧਰਤੀ ਤੇ ਅਸਮਾਨ ਮਿਲਦਾ ਹੀ ਦਿਸੇਗਾ। ਇਸ ਰੂਪ 'ਚ ਇਹਨੂੰ ਹੀ ਕਿਹਾ 4 ਕੁੰਟ ਚੌਬਾਰਾ। ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰਾ ਟਕਸਾਲਾ। ਮੁਖ ਕਹਿੰਦੇ ਮੁਖੀ, ਕਹਿੰਦੇ ਸਾਰਿਆਂ ਦੇ ਵਿੱਚ ਸਗਲ ਭਵਨ ਕੀ ਮੂਰਤ ਇੱਕੋ ਹੀ ਸਾਰਿਆਂ। ਉਹਦੇ ਮੁਖੀ, ਉਹਦੀ ਟਕਸਾਲ ਵਿੱਚੋਂ ਕੀ ਨਿਕਲ ਕੇ ਆਇਆ? ਕਹਿੰਦੇ ਸਾਡੇ ਵਰਗੇ ਮਨੁੱਖ ਨਿਕਲ ਕੇ ਆਏ। ਉਹਦੀ ਟਕਸਾਲ 'ਚ ਅਸੀਂ ਘੜੇ ਜਾ ਰਹੇ ਹਾਂ। ਇੱਥੇ ਹੀ ਹੈ, ਇੱਥੇ ਕੋਈ ਕਰਮ ਧਰਮ ਨਹੀਂ ਚੱਲਣਾ। ਇੱਥੇ ਤੇ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੈ ਘੜੀ ਹੈ ਸੁਰਾਂ ਸਿਦਾ ਕੀ ਸੁਧ। ਇਹ ਘੜਨਾ, ਇਹ ਟਕਸਾਲ ਹੈ ਗੁਰੂ ਦੀ। ਸਤਿਗੁਰੂ ਜੀ ਕਹਿੰਦੇ ਉਹਦੀ ਟਕਸਾਲ ਵਿੱਚੋਂ ਅਸੀਂ ਸਾਰੇ ਘੜ ਕੇ ਆਏ ਹਾਂ ਜੀ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਜਲ ਥਲ ਮਹੀਲ ਭਰਪੂਰ ਲੀਣਾ, ਆਪੇ ਸਰਬ ਸਮਾਣਾ ਰਹਾਉ। ਇਸ ਸ੍ਰਿਸ਼ਟੀ ਨੂੰ ਵੇਖ ਕੇ ਪ੍ਰਭੂ ਜੀ ਤੁਹਾਡੇ ਚੋਜ ਵਿਡਾਣ ਨੇ, ਅਸਚਰਜ ਕਰਨ ਵਾਲੇ ਨੇ। ਕੈਸੀ ਕੁਦਰਤ ਬਣਾਈ ਹੈ। ਜਲ ਵੀ ਥਲ ਵੀ ਮਹੀਥਲ, ਥਲ ਦੇ ਉੱਤੇ ਥਲ ਦੇ ਥੱਲੇ, ਭਰਪੂਰ ਲੀਣਾ, ਆਪੇ ਸਰਬ ਸਮਾਣਾ। ਸਾਰਿਆਂ 'ਚ ਤੁਸੀਂ ਆਪ ਹੀ ਹੋ ਜੀ ਰਹਾਓ। ਜਹ ਜਹ ਦੇਖਾਂ ਤਹ ਜੋਤ ਤੁਮਾਰੀ, ਤੇਰਾ ਰੂਪ ਕਿਨੇਹਾ, ਇਕਤ ਰੂਪ ਫਿਰਹਿ ਪਰਛੰਨਾ, ਕੋਏ ਨ ਕਿਸ ਹੀ ਜੇਹਾ। ਹੁਣ ਸਾਰੀ ਸ੍ਰਿਸ਼ਟੀ ਗ੍ਰੈਵੀਟੇਸ਼ਨਲ 'ਚ ਟਿਕੀ ਹੋਈ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਨੂੰ ਹੀ ਆਪੇ ਸਰਬ ਸਮਾਣਾ। ਪਾਣੀ ਵੀ ਧਰਤੀ ਵੀ ਸਾਰਿਆਂ ਵਿੱਚ ਇਹ ਖਿੱਚ ਪ੍ਰਭੂ ਜੀ ਤੁਸੀਂ ਪੈਦਾ ਕੀਤੀ ਹੋਈ ਹੈ। ਮੇਰੇ ਸਾਹਿਬ ਚੋਜ ਵਿਡਾਣਾ ਕਿਸ ਤਰ੍ਹਾਂ ਦਾ ਹੈ? ਜਹ ਜਹ ਦੇਖਾਂ ਤਹ ਜੋਤ ਤੁਮਾਰੀ, ਤੇਰਾ ਰੂਪ ਕਿਨੇਹਾ, ਅਸਚਰਜ ਤੋਂ ਕਿਸ ਤਰ੍ਹਾਂ ਦਾ ਹੈ? ਸੁਣ ਵੱਡਾ ਆਖਿਆ ਸਭ ਕੋਈ, ਕੇਵਟ ਵੱਡਾ ਡੀਠਾ ਹੋ। ਜੇ ਕੋਈ ਦੇਖ ਸਕੇ ਤੇ ਦੱਸੇ ਨਾ ਕਿਨੇਹਾ, ਕਿਹੋ ਜਿਹਾ ਹੈ। ਇਕਤ ਰੂਪ ਫਿਰੈ ਪਰਛੰਨਾ, ਕਹਿੰਦੇ ਸਾਰਿਆਂ ਦੇ ਵਿੱਚ ਇੱਕ ਰੂਪ ਕਰਕੇ ਵਸ ਰਿਹਾ, ਪਰ ਪਰਛਾਵੇਂ ਕਰੋੜਾਂ ਹੀ ਕਰੋੜਾਂ ਨੇ। ਆਹ ਸਰੀਰ ਹੀ ਕਰੋੜਾਂ ਨੇ। ਕਮਾਲ ਹੈ।
ਪਰ ਇੰਨੇ ਪਰਛਾਵੇਂ ਹੋਣ ਤੋਂ ਬਾਅਦ ਵੀ ਕਹਿੰਦੇ ਤੂੰ ਇੱਕ ਹੀ ਹੈ ਸਾਰਿਆਂ ਦੇ ਵਿੱਚ, ਪਰ ਕਰੋੜਾਂ ਰੂਪ ਦੇ ਪਰਛਾਵੇਂ ਸਾਰਿਆਂ ਦੇ, ਨਾ ਕਿਸੇ ਦੀ ਸ਼ਕਲ ਮਿਲਦੀ ਹੈ, ਨਾ ਕਿਸੇ ਦੀ ਮੱਤ ਮਿਲਦੀ ਹੈ, ਨਾ ਕਿਸੇ ਦੀ ਸੋਚ ਮਿਲਦੀ ਹੈ, ਨਾ ਕਿਸੇ ਦਾ ਫਿੰਗਰਪ੍ਰਿੰਟ, ਨਾ ਕਿਸੇ ਦਾ DNA, ਤੇ ਨਾ ਕਿਸੇ ਦੇ ਵਾਲਾਂ ਦਾ ਸਟਰਕਚਰ ਮਿਲਦਾ ਹੈ ਕਿਸੇ ਤਰ੍ਹਾਂ ਦਾ। ਕਹਿੰਦੇ ਇਸ ਕਰਕੇ ਕੋਈ ਨਾ ਕਿਸ ਹੀ ਜਿਹਾ, ਸਭ ਨੂੰ ਤੁਸੀਂ ਵੱਖਰੇ ਵੱਖਰੇ ਯੂਨੀਕ ਹੀ ਬਣਾਇਆ ਹੈ ਜੀ। ਅੰਡਜ ਜੇ ਰਜ ਉਤਭੁਜ ਸੇ ਤਜ, ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ। ਧਰਤੀ ਵਿੱਚੋਂ, ਅੰਡੇ ਵਿੱਚੋਂ, ਗਰਭ ਵਿੱਚੋਂ, ਪਸੀਨੇ ਵਿੱਚੋਂ, ਇਹ ਸਾਰੇ ਹੀ ਤੁਹਾਡੇ ਬਣਾਏ ਹੋਏ ਨੇ। ਅੰਡਜ ਜੇਰਜ ਉਤਪੁਜ ਸੇਤਜ, ਤੇਰੇ ਕੀਤੇ ਜਨਤਾ। ਏਕ ਪੁਰਬ, ਪੁਰਬ ਕਹਿੰਦੇ ਅਸਚਰਜ, ਇੱਕ ਐਸੀ ਕਲਾ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ, ਸਾਰਿਆਂ ਵਿੱਚੋਂ ਤੁਸੀਂ ਹੀ ਹੋ ਪ੍ਰਭੂ ਜੀ, ਹੋਰ ਕੋਈ ਨਹੀਂ ਹੈ ਜੀ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਇਹ ਸਾਰਾ ਕੁਝ ਜਦ ਮੈਂ ਅਹਿਸਾਸ ਵਿੱਚ ਲਿਆ ਤੇ ਫਿਰ ਮੈਂ ਹੱਥ ਜੋੜ ਕੇ ਆਖਿਆ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਇੰਨੀ ਸ੍ਰਿਸ਼ਟੀ ਬਣਾਉਣ ਵਾਲੇ ਦਾਤਿਆ, ਮੈਨੂੰ ਮੂਰਖ ਨੂੰ ਵੀ ਇੱਕ ਨਾਮ ਦੀ ਦਾਤ ਦੇ ਦੇ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਇਹ ਮਨ ਪੱਥਰ ਹੋ ਕੇ ਅਵਗੁਣਾਂ ਦਾ ਡੁੱਬੀ ਜਾ ਰਿਹਾ, ਤੁਸੀਂ ਬਚਾ ਲਓ ਜੀ। ਸੋਰਠ ਮਹਿਲਾ ਪਹਿਲਾ, ਹਉ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ, ਅੰਮ੍ਰਿਤ ਚਾਖ ਪਰਮ ਰਸ ਰਾਤੇ, ਠਾਕੁਰ ਸ਼ਰਨ ਤੁਮਾਰੀ। ਸਤਿਗੁਰ ਜੀ ਦਾ ਬੜਾ ਕੀਮਤੀ ਸ਼ਬਦ ਹੈ ਜੀ। ਅਸੀਂ ਪਾਪੀ ਹਾਂ, ਸੋਰਠ ਮਹੱਲਾ ਪਹਿਲਾ। ਇਹਦੇ ਨਾਲ ਨਾ ਦੋ ਤੁਕੇ ਨਾ ਚੌ ਤੁਕੇ, ਕੁਛ ਵੀ ਸਿਰਲੇਖ ਨਹੀਂ ਹੈ। ਹਉ ਪਾਪੀ ਪਤਿਤ ਪਰਮ ਪਾਖੰਡੀ, ਪਾਪੀ ਹਾਂ ਪਤਿਤ ਹਾਂ, ਪਰਮ ਪਾਖੰਡੀ ਹੈਗੇ ਹਾਂ ਅਸੀਂ। ਤੂੰ ਨਿਰਮਲ ਨਿਰੰਕਾਰੀ, ਤੁਸੀਂ ਇੱਕ ਮਾਇਆ ਤੋਂ ਬਿਲਕੁਲ ਨਿਰਲੇਪ ਹੋ। ਅੰਮ੍ਰਿਤ ਚਾਖ ਪਰਮ ਰਸ ਰਾਤੇ, ਜਿਹੜੇ ਗੁਰਮੁਖ ਨੇ ਉਹ ਨਾਮ ਬਾਣੀ ਦਾ ਅੰਮ੍ਰਿਤ ਛਾਕ ਚੱਖ ਕੇ ਅੰਦਰ ਰਸ ਲੈ ਕੇ ਪਰਮ ਰਸ ਦੇ ਵਿੱਚ ਰੱਤੇ ਪਏ ਨੇ। ਠਾਕੁਰ ਸ਼ਰਨ ਤੁਮਾਰੀ, ਇੱਕ ਤੁਹਾਡੀ ਸ਼ਰਨ ਦੇ ਵਿੱਚ ਹੀ ਨੇ, ਤੁਹਾਡੀ ਸ਼ਰਨ ਤੋਂ ਬਾਹਰ ਨਹੀਂ ਜੀ ਕੋਈ। ਕਰਤਾ ਤੂੰ ਮੈਂ ਮਾਣ ਨਿਮਾਣੇ, ਮਾਣ ਮਹਿਤ ਨਾਮ ਧਨ ਪੱਲੇ, ਸਾਚੈ ਸ਼ਬਦ ਸਮਾਣੇ ਰਹਾਉ। ਕਰਤਾ ਤੂੰ ਮੈਂ ਮਾਣ ਨਿਮਾਣੇ, ਤੂੰ ਤੇ ਮੈਂ, ਤੁਸੀਂ ਮਾਣ ਹੋ ਮੈਂ ਨਿਮਾਣਾ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਇਸ ਰੂਪ ਦੇ ਵਿੱਚ ਸਤਿਗੁਰ ਜੀ ਤੁਸੀਂ ਨਿਮਾਣਿਆਂ ਨੂੰ ਦਾਤ ਬਖਸ਼ੋ, ਮਾਣ ਬਖਸ਼ੋ। ਮਾਣ ਮਹਤ ਨਾਮ ਧਨ ਪੱਲੇ, ਸਾਚਾ ਸ਼ਬਦ ਸਮਾਣੇ। ਸਾਰਾ ਕੁਝ ਤੁਹਾਡੇ ਕੋਲ ਹੀ ਹੈ, ਇਹ ਸਾਡੇ ਪੱਲੇ ਵੀ ਪਾਓ। ਮਾਣ ਵੀ ਦਿਓ, ਮਹਤ ਵੀ ਦਿਓ, ਨਾਮ ਵੀ ਦਿਓ, ਸਾਰਾ ਕੁਝ ਤੁਸੀਂ ਆਪਣੇ ਕੋਲ ਰਹੀ ਬੈਠੇ ਹੋ, ਪਰ ਮਿਲੇਗਾ ਉਹਨੂੰ ਜਿਹੜਾ ਸੱਚੇ ਸ਼ਬਦ ਵਿੱਚ ਸਮਾਏਗਾ ਜੀ। ਰਹਾਓ ਤੂੰ ਪੂਰਾ ਹਮ ਊਰੇ ਹੋਛੇ, ਤੂੰ ਗੌਰਾ ਹਮ ਹਉਰੇ, ਤੁਝ ਹੀ ਮਨ ਰਾਤੇ ਅਹਨਿਸ ਪ੍ਰਭਾਤੇ, ਹਰ ਰਸਨਾ ਜਪ ਮਨ ਰੇ। ਸਤਿਗੁਰ ਜੀ ਤੁਸੀਂ ਪੂਰੇ ਹੋ, ਪੂਰੇ ਤੋਂ ਪੂਰੇ ਹੋ। ਤੂੰ ਸੁਲਤਾਨ ਕਹਾ ਹਾਉ ਮੀਆਂ, ਤੇਰੀ ਕਵਨ ਵਡਾਈ। ਕੀ ਵਡਿਆਈ ਹੋਈ। ਹਮ ਊਰੇ ਹੋਛੇ, ਅਸੀਂ ਊਣੇ ਆ, ਅਧੂਰੇ ਆ, ਹੋਛੇ ਹੌਲੇ ਆ, ਬਹੁਤ ਹੌਲੇ ਆ। ਤੂੰ ਗੌਰਾ, ਗੌਰਾ ਕਹਿੰਦੇ ਗੰਭੀਰ, ਗੁਣਾਂ ਦਾ ਸਾਗਰ। ਤੁਹਾਡੇ ਗੌਰ ਮੋਤੀ ਨੂੰ ਕਹਿੰਦੇ ਆ, ਮੋਤੀਆਂ ਦਾ ਭਰਿਆ ਹੋਇਆ ਸਾਗਰ ਹੈ ਪ੍ਰਭੂ ਤੂੰ। ਤੂੰ ਗੌਰਾ ਹਮ ਹੌਰੇ, ਅਸੀਂ ਬੜੇ ਤੁੱਛ ਹੈਗੇ ਆ। ਤੁਝ ਹੀ ਮਨ ਰਾਤੇ ਅਹਨਿਸ ਪ੍ਰਭਾਤੇ। ਕੋਈ ਵਿਰਲੇ ਹੈ ਜਿਨ੍ਹਾਂ ਦਾ ਮਨ ਭਿੰਨੀ ਰਹਿਣ ਅੜੀਏ ਚਮਕਨ ਤਾੜੇ, ਜਾਗੇ ਸੰਤ ਜਨਾ ਮਿਲਹਿ ਰਾਮ ਪਿਆਰੇ। ਦਿਨ ਰਾਤੀ ਜਪਦੇ ਪਏ ਨੇ ਅਹਨਿਸ ਪ੍ਰਭਾਤੇ, ਰਾਤ ਤੇ ਸੁਬਹ ਹਰ ਰਸਨਾ ਜਪ ਮਨ ਰੇ। ਇਹ ਮੇਰੇ ਮਨ ਜਿਵੇਂ ਗੁਰਮੁਖ ਧਿਆਉਂਦੇ ਨੇ ਉਵੇਂ ਤੂੰ ਰਾਤ ਦਿਨ ਪ੍ਰਭੂ ਨੂੰ ਧਿਆ ਜੀ। ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ ਪੁਨ ਸਾਚੇ, ਅਹਨਿਸ ਨਾਮ ਰਤੇ ਸੇ ਸੂਚੇ,
ਮਰ ਜਨਮੇ ਸੇ ਕਾਚੇ। ਧੰਨ ਸਤਿਗੁਰੂ ਜੀ ਕਹਿੰਦੇ ਕਿ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ, ਅਤੇ ਜੇ ਅਸੀਂ ਜੀਵ ਪ੍ਰਭੂ ਜੀ ਦੀ ਯਾਦ ਵਿੱਚ ਹੀ ਟਿਕੇ ਰਹੀਏ ਅਤੇ ਅਸੀਂ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਵਿੰਝ ਜਾਵਾਂਗੇ, ਸਾਡਾ ਮਨ ਰੰਗੀਚਿਆ ਜਾਏਗਾ। ਇਹਨੂੰ ਹੀ ਕਿਹਾ ਸ਼ਬਦ ਭੇਦ ਫੁਨ ਸਾਚੇ, ਸੱਚੇ ਸ਼ਬਦ ਦੇ ਵਿੱਚ ਗਿੱਝ ਜਾਏਗਾ ਤਾਨੇ ਪੇਟੀ ਦੀ ਤਰ੍ਹਾਂ, ਫਿਰ ਵੱਖ ਨਹੀਂ ਹੋ ਸਕੇਗਾ। ਤਾਂ ਅਸੀਂ ਵੀ ਪ੍ਰਭੂ ਜੀ ਦੀ ਮਿਹਰ, ਵਾਹਿਗੁਰੂ ਜੀ ਦੀ ਮਿਹਰ ਨਾਲ ਅਡੋਲ ਚਿਤ ਹੋ ਸਕਦੇ ਹਾਂ। ਅਹਨਿਸ ਨਾਮ ਰਤੇ ਸੇ ਸੂਚੇ, ਮਰ ਜਨਮੇ ਸੇ ਕਾਚੇ। ਜਿਹੜੇ ਰਾਤ ਦਿਨ ਪ੍ਰਭੂ ਦੇ ਨਾਮ ਦੇ ਵਿੱਚ ਰੰਗੀਚੇ ਰਹਿੰਦੇ ਨੇ, ਉਹ ਸੱਚੀ ਮੁੱਚੀ ਪਵਿੱਤਰ ਹੋ ਜਾਂਦੇ, ਪਵਿੱਤਰ ਆਤਮਾ ਹੋ ਜਾਂਦੇ। ਪਰ ਨਾਮ ਵਿਸਾਰ ਕੇ ਜੋ ਜਨਮ ਮਰਨ ਦੇ ਗੇੜ ਵਿੱਚ ਪਏ ਹੋਏ ਨੇ, ਜਿਹੜੇ ਪ੍ਰਮਾਤਮਾ ਨੂੰ ਵਿਛੜੀ ਬੈਠੇ ਨੇ, ਉਹਨਾਂ ਦੇ ਮਨ ਦੀ ਘਾੜਤ ਹਜੇ ਕੁਝ ਹੀ ਹੁੰਦੀ ਹੈ, ਹਜੇ ਉਹ ਕੱਚੇ ਹੁੰਦੇ ਨੇ। ਇਹਨੂੰ ਹੀ ਕਿਹਾ ਸਤਿਗੁਰੂ ਜੀ ਕਹਿੰਦੇ ਮਰ ਜਨਮੇ ਸੇ ਕਾਚੇ। ਉਹ ਕੱਚੇ ਹੀ ਇੱਥੋਂ ਉਖੜ ਕੇ ਚਲੇ ਜਾਂਦੇ ਨੇ ਜੀ। ਅਬਰ ਨਾ ਦਿਸੈ ਕਿਸ ਸਾਲਾਹੀ, ਤਿਸਹਿ ਸਰੀਕ ਨਾ ਕੋਈ। ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤਿ ਜਾਣਿਆ ਸੋਈ। ਹੇ ਸੱਚੇ ਪਿਤਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਜੀਓ, ਅਵਰ ਨਾ ਦੀਸੈ ਕਿਸ ਸਾਲਾਹੀ, ਤਿਸਹਿ ਸਰੀਕ ਨਾ ਕੋਈ। ਤੁਹਾਡਾ ਕੋਈ ਸਰੀਕ ਨਹੀਂ ਬਣ ਸਕਦਾ, ਨਾ ਕੋਈ ਹੈ ਅਤੇ ਨਾ ਕੋਈ ਹੋ ਸਕੇਗਾ। ਮੈਨੂੰ ਹੁਣ ਕੋਈ ਹੋਰ ਨਹੀਂ ਦਿਸਦਾ, ਤੁਹਾਡੇ ਬਰਾਬਰ ਕੋਈ ਵੀ ਨਹੀਂ ਹੈ। ਕੋਈ ਹੋਰ ਮੈਨੂੰ ਤੁਹਾਡੇ ਵਰਗਾ ਵੀ ਨਹੀਂ ਦਿਸਦਾ। ਮੈਂ ਕਿਹਦੀ ਸਿਫਤ ਸਲਾਹ ਕਰਾਂ? ਤੁਹਾਨੂੰ ਛੱਡ ਕੇ ਮੈਂ ਕਿਹੜੇ ਪਾਸੇ ਜਾਵਾਂ? ਇਹ ਮੇਰੀ ਮੂਰਖਤਾਈ ਹੈ ਜੇ ਮੈਂ ਤੁਹਾਨੂੰ ਛੱਡ ਕੇ ਹੋਰ ਪਾਸੇ ਭੱਜਦਾ। ਪਰ ਸੱਚੀ ਮੁੱਚੀ ਇਸ ਦਿਵ ਦ੍ਰਿਸ਼ਟੀ ਦੇ ਵਿੱਚ ਮੈਨੂੰ ਕੋਈ ਦੂਜਾ ਨਹੀਂ ਦਿਸਦਾ। ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤਿ ਜਾਣਿਆ ਸੋਈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਨਾਨਕ ਬੇਨਤੀ ਕਰਦੇ ਨੇ ਕਿ ਉਹਨਾਂ ਦੇ ਅਸੀਂ ਦਾਸਾਂ ਦੇ ਦਾਸ ਹੋ ਜਾਈਏ, ਗੁਰੂ ਦੀ ਮੱਤ ਲੈ ਕੇ ਉਸ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈਏ ਜਿਹਦਾ ਕੋਈ ਸ਼ਰੀਕ ਨਹੀਂ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।